वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन, सारियां दे परिवारां विच कारोबारां विच सतगुरु चढ़दी कला बख्शण। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो। रसना पवित्र कर दे एक बार, सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। सतगुरु जी समेर पर्वत तो अगे काग पसुंड ऋषि नूं मिले ने। काग पसुंड ऋषि कोलों भाई मरदाना जी ने अते बाले ने कुछ सवाल पूछे ने। भाई मरदाना जी का सवाल सी कि महात्मा तुहाडी उम्र कितनी है? काग पसुंड ऋषि ने दसिया सी कि मैं कई बारी जग दी परले वेखी है, कई ब्रह्मा उपजदे बिनसदे वेखे हैं। बाले दा सवाल सी कि जे तू एडा वड्डा ऋषि है ते तैनू कां दा शरीर क्यों मिले? तैनू होर कोई शरीर 84 लाख जूनिया ने वो क्यों नहीं मिले? उन्हां विचों कोई होर जूनी क्यों नहीं मिली? ये कथा आपां ने कल सुनी सी कि ऋषि ने दसिया कि मेरा अयोध्या का जन्म सी, अयोध्या विच मैं रहिंदा सी। शूदर सा मैं, अखौती नीवी जाति दे विचों इत्थे काल पै गया। जदों भुख मरी बनी तो अयोध्या छड्ड के उज्जैन चला गया। जदों उज्जैन गया तो उत्थे मैनू एक बहुत विद्वान पंडित मिलिया
ਜੋ ਪੰਡਤ ਸਮਦ੍ਰਿਸ਼ਟੀ ਸੀ, ਸਮਦਰਸ਼ੀ ਸੀ, ਜਿਹਦੇ ਵਾਸਤੇ ਮਾਣ ਅਪਮਾਨ ਵੀ ਇੱਕੋ ਜਿਹਾ ਸੀ। ਇਹ ਜਿਹੜੀਆਂ ਅਵਸਥਾਵਾਂ ਨੇ ਕਿ ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਤੈਸੀ ਬਿਖ ਖਾਟੀ, ਤੈਸਾ ਮਾਣ, ਤੈਸਾ ਅਭਿਮਾਨ, ਕੋਈ ਫਰਕ ਹੀ ਨਹੀਂ। ਜਿਹੜੇ ਅਸੀਂ ਕਹਿੰਦੇ ਨਾ ਵੀ ਮੈਂ ਬੜਾ ਸੁਚੇਤ ਹਾਂ ਜੀ, ਮੈਂ ਬੜਾ ਬਚ ਕੇ ਰਹਿਣਾ ਆ, ਇਹ ਉਸ ਅਵਸਥਾ ਦਾ ਅਧਿਕਾਰੀ ਮਨੁੱਖ ਨਹੀਂ ਹੈ। ਜਿਹੜੇ ਉਸ ਅਵਸਥਾ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਆਪਾਂ ਸਰਮਦ ਸਾਈਂ ਦੀ ਕਥਾ ਸੁਣੀ ਹੈ, ਉਹ ਨੰਗਾ ਰਹਿੰਦਾ ਸੀ, ਕੱਪੜੇ ਪਾਉਂਦਾ ਹੀ ਨਹੀਂ ਸੀ, ਲੰਗੋਟੀ ਵੀ ਨਹੀਂ ਸੀ ਲਾਉਂਦਾ, ਧੋਤੀ ਵੀ ਨਹੀਂ ਸੀ ਬੰਨ੍ਹਦਾ। ਔਰ ਉਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਕਹਿ ਦਿੱਤਾ ਸੀ ਕਿ ਬਾਦਸ਼ਾਹ ਮੈਨੂੰ 2 ਗਜ ਕੱਪੜਾ ਨਹੀਂ ਚਾਹੀਦਾ ਨਗੇਜ ਢੱਕਣ ਵਾਸਤੇ, ਤੈਨੂੰ ਚਾਹੀਦਾ, ਕਿਉਂਕਿ ਜਿੱਦਣ ਸ਼ਾਹੀ ਪੁਸ਼ਾਕ ਦੇ ਵਿੱਚੋਂ ਤੂੰ ਨੰਗਾ ਹੋ ਗਿਆ ਤੇਰੇ ਕੋਲ ਕੁਝ ਨਹੀਂ ਬਚੇਗਾ। ਜਦੋਂ ਦੁਨੀਆ ਨੂੰ ਪਤਾ ਲੱਗਾ ਵੀ ਤੂੰ ਮਾਂ ਪਿਓ ਮਾਰਿਆ ਹੈ, ਭੈਣ ਭਰਾ ਮਾਰੇ ਨੇ, ਤੇ ਦੁਨੀਆ ਦੁਰਕਾਰੇਗੀ ਤੈਨੂੰ। ਤੈਨੂੰ ਆਪਾ ਢੱਕ ਕੇ ਰੱਖਣ ਦੀ ਲੋੜ ਹੈ, ਮੇਰੇ ਕੋਲ ਕੀ ਢੱਕਣ ਵਾਸਤੇ, ਕੁਝ ਵੀ ਨਹੀਂ। ਤੋ ਇਹ ਪੰਡਤ ਜਿਹੜਾ ਸੀ, ਇਹ ਕਦੇ ਬ੍ਰਹਮਾ ਦੀ, ਕਦੇ ਵਿਸ਼ਨੂੰ ਜੀ ਦੀ ਭਗਤੀ ਦੀ ਜੇ ਕੋਈ ਕਥਾ ਸੁਣਾਉਂਦਾ ਹੈ ਤਾਂ ਇਹ ਅੱਗੋਂ, ਕਿਉਂਕਿ ਸ਼ਿਵ ਜੀ ਦਾ ਉਪਾਸ਼ਕ ਸੀ, ਇਹ ਅੜ ਜਾਂਦਾ ਸੀ। ਜਦੋਂ ਇਸ ਨੇ ਸ਼ਿਵ ਦੇ ਮੰਦਿਰ ਵਿੱਚ ਬੈਠਿਆਂ ਆਪਣੇ ਉਸ ਪੰਡਿਤ ਗੁਰੂ ਦਾ ਅਪਮਾਨ ਕੀਤਾ, ਅਨਾਦਰ ਕੀਤਾ, ਉੱਠ ਕੇ ਸਤਿਕਾਰ ਨਹੀਂ ਕੀਤਾ, ਮੱਥਾ ਨਹੀਂ ਟੇਕਿਆ, ਹੋ ਸਕਦਾ ਇਹ ਵੀ ਕਹਿ ਦਿੱਤਾ ਹੋਵੇ ਕਿ ਹੁਣ ਤੂੰ ਆਪਣਾ ਬ੍ਰਹਮਾ ਵਿਸ਼ਨੂੰ ਛੱਡ ਕੇ ਮੇਰੇ ਸ਼ਿਵ ਭਗਵਾਨ ਦੇ ਮੰਦਿਰ ਕੀ ਲੈਣ ਆਇਆ ਹੈ। ਤਾਂ ਕਹਿੰਦੇ ਇਸ ਪੰਡਤ ਨੇ ਤਾਂ ਵੀ ਗੁੱਸਾ ਨਹੀਂ ਕੀਤਾ, ਸਗੋਂ ਮੰਦਰ ਚੋਂ ਆਵਾਜ਼ ਆਈ ਕਿ ਦੁਸ਼ਟ ਨਰਕ ਅਬ ਭਰੀਐ ਜਾਈ, ਬਹੁਰ ਤ੍ਰਿਗਦ ਬਹੁ ਜੋਨ ਕਮਾਈ, ਜਾ ਤ੍ਰਿਗਦ ਜੂਨਾ ਵਿੱਚ ਜਾ, ਮਾੜੀਆਂ ਜੂਨਾਂ ਵਿੱਚ, ਭੈੜੀਆਂ ਜੂਨਾਂ ਵਿੱਚ, ਟੇਢੀਆਂ ਜੂਨਾਂ ਵਿੱਚ, ਮਨੁੱਖ ਤੋਂ ਬਿਨਾਂ ਜਿਹੜੀਆਂ ਹੋਰ ਜੂਨੀਆਂ ਨੇ ਉਹਨਾਂ ਨੂੰ ਤ੍ਰਿਗਦ ਜੂਨਾ ਕਿਹਾ। ਕਹਿੰਦੇ ਆਵਾਜ਼ ਸੁਣ ਕੇ ਫਿਰ ਉਸ ਪੰਡਤ ਨੂੰ ਦਇਆ ਆ ਗਈ। ਉਹਨੇ ਫਿਰ ਸ਼ਿਵ ਜੀ ਅੱਗੇ ਪ੍ਰਾਰਥਨਾ ਕੀਤੀ ਕਿ ਇਸ ਨੂੰ ਖਿਮਾ ਕਰ ਦਿਓ। ਉਹ ਕਹਿਣ ਲੱਗੇ ਭਾਈ ਖਿਮਾ ਤਾਂ ਨਹੀਂ ਕਰਾਂਗੇ, ਨਰਕ ਘੋਰਾਂ ਦਾ ਅਧਿਕਾਰੀ ਤਾਂ ਇਹ ਬਣੇਗਾ ਤੇ ਜੂਨੀਆਂ ਵੀ ਭੋਗਣੀਆਂ ਪੈਣਗੀਆਂ। ਕਹਿੰਦੇ ਫਿਰ ਜੰਮਿਆ ਮਰਿਆ, ਜੰਮਿਆ ਮਰਿਆ, 84 ਲੱਖ ਜੂਨਾਂ ਭੋਗੀਆਂ। ਫਿਰ ਜਨਮ ਹੋਇਆ ਤੇ ਬ੍ਰਾਹਮਣ ਜਾਤੀ, ਪੰਡਤ ਜਾਤੀ ਵਿੱਚ ਹੋਇਆ। ਹੁਣ ਪੰਡਤ ਹੋ ਕੇ ਕਹਿੰਦੇ ਫਿਰ ਮੈਂ ਜਿਹੜਾ ਲੋਮਸ ਰਿਸ਼ੀ ਸੀ ਉਸ ਨੂੰ ਮਿਲਿਆ। ਲੋਮਸ ਰਿਸ਼ੀ ਨੂੰ ਕੋਈ ਗੱਲ ਪੁੱਛੀ, ਉਹਨੇ ਕਿਹਾ ਭਾਈ ਜੋ ਤੂੰ ਪੁੱਛ ਰਿਹਾ ਹੈ ਇਹ ਨਿਰਗੁਣ ਹੈ। ਇਹ ਅੱਗੋਂ ਉਹਨੂੰ ਕਹਿੰਦਾ ਵੀ ਨਹੀਂ ਸਰਗੁਣ ਹੈ।
ਉਹ ਕਹਿੰਦਾ ਨਹੀਂ ਨਿਰਗੁਣ ਹੈ, ਇਹ ਅੱਗੋਂ ਫਿਰ ਕਹਿੰਦਾ ਵੀ ਨਹੀਂ ਸਰਗੁਣ ਹੈ। ਵੇਖੋ ਇਸ ਕਥਾ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਕਿਉਂਕਿ ਅਮੂਮਨ ਤੁਸੀਂ ਬੰਦੇ ਵੇਖੇ ਹੋਣਗੇ ਕਿ ਜਿਹੜੇ ਸਵਾਲ ਇਸ ਕਰਕੇ ਨਹੀਂ ਪੁੱਛਦੇ ਕਿ ਉਹਨਾਂ ਨੂੰ ਨੌਲੇਜ ਚਾਹੀਦੀ ਹੈ, ਗਿਆਨ ਚਾਹੀਦਾ ਹੈ, ਜਾਂ ਉਹਨਾਂ ਨੇ ਕੋਈ ਆਪਣਾ ਭਰਮ ਨਿਵਾਰਨਾ ਹੁੰਦਾ ਹੈ। ਨਹੀਂ, ਕਈ ਲੋਕ ਸਾਹਮਣੇ ਵਾਲੇ ਦਾ ਗਿਆਨ ਪਰਖਦੇ ਨੇ ਤੇ ਕਈ ਲੋਕ ਬਿਲਕੁਲ ਹੀ ਵਿਹਲੇ ਹੁੰਦੇ ਨੇ, ਉਹ ਤੇ ਸਿਰਫ ਆਪਣਾ ਸਮਾਂ ਪਾਸ ਕਰਦੇ ਨੇ। ਜਿਵੇਂ ਆਸਾ ਕੀ ਵਾਰ ਦੇ ਵਿੱਚ ਇੱਕ ਪੂਰਾ ਸ਼ਲੋਕ ਹੈ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਹੁਣ ਇਹ ਇੱਕ ਸਮਰੱਥ ਰਾਮਦਾਸ ਨਾਂ ਦਾ ਇੱਕ ਵਿਦਵਾਨ ਸੀ, ਵਿਦਵਤਾ ਉਹਦੇ ਕੋਲੇ ਬੜੀ ਸੀ। ਉਹ ਤੁਰ ਪਿਆ, ਉਹ ਜਿਹੜੇ ਪਿੰਡ ਜਿਹੜੇ ਸ਼ਹਿਰ ਜਾਂਦਾ ਹੈ ਉੱਥੇ ਮੁਨਿਆਦੀ ਕਰਾਉਂਦਾ ਹੈ, ਢੰਡੋਰਾ ਪਟਵਾਉਂਦਾ ਹੈ ਕਿ ਭਾਈ ਜੇ ਕਿਸੇ ਨੇ ਮੇਰੇ ਨਾਲ ਗਿਆਨ ਦੀ ਬਹਿਸ ਕਰਨੀ ਹੋਵੇ ਤੇ ਕਰ ਸਕਦਾ ਹੈ, ਤੇ ਸ਼ਰਤ ਕੀ ਹੈ ਕਿ ਜੇ ਉਹ ਜਿੱਤ ਗਿਆ ਤੇ ਮੈਂ ਆਪਣੇ ਸਾਰੇ ਗ੍ਰੰਥ ਉਹਨੂੰ ਦੇ ਦਿਆਂਗਾ, ਜੇ ਮੈਂ ਜਿੱਤ ਗਿਆ ਤਾਂ ਉਹਦੇ ਗ੍ਰੰਥ ਸਾਰੇ ਮੈਂ ਚੁੱਕ ਲਵਾਂਗਾ। ਤੇ ਜਿੱਤੇ ਜਾਂਦਾ ਸੀ। ਇਸੇ ਕਰਕੇ ਕਈ ਗੱਡੇ, ਕਈ ਊਠ ਕਿਤਾਬਾਂ ਦੀ ਲੱਦੀ ਫਿਰਦਾ ਸੀ, ਇਹ ਪੋਥੀਆਂ ਦੇ, ਗ੍ਰੰਥਾਂ ਦੇ। ਇਹੋ ਜਿਹੇ ਵਿਅਕਤੀ ਨੂੰ ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਇਹਦਾ ਲਾਭ ਕੀ ਹੈ। ਇਹਦਾ ਕੋਈ ਲਾਭ ਨਹੀਂ ਹੈ। ਜ਼ਿੰਦਗੀ ਵਿੱਚ ਅਸੀਂ ਜੋ ਕੁਝ ਵੀ ਇਕੱਠਾ ਕੀਤਾ ਉਹਦੇ ਵਿੱਚੋਂ ਬਹੁਤੀਆਂ ਚੀਜ਼ਾਂ ਸਾਡੇ ਵਾਸਤੇ ਸੁਖਦਾਈ ਨਹੀਂ ਹੋ ਸਕੀਆਂ, ਕਿਉਂਕਿ ਪਰਿਵਾਰ ਵਿੱਚੋਂ ਅਸੀਂ ਪ੍ਰੇਮ ਨੂੰ ਨਹੀਂ ਮਾਣਿਆ। ਅਸੀਂ ਪਰਿਵਾਰ ਵਿੱਚ ਵੀ ਸੁਪਰਮੇਸੀ ਦੇ ਝਗੜੇ 'ਚ ਰਹੇ। ਛੋਟਾ ਕੌਣ ਹੈ ਜੀ, ਵੱਡਾ ਕੌਣ ਹੈ ਜੀ, ਕਮਲਾ ਕੌਣ ਹੈ ਜੀ, ਸਿਆਣਾ ਕੌਣ ਹੈ ਜੀ। ਰੇਲ ਗੱਡੀ ਇਦਾਂ ਨਹੀਂ ਬਣਦੀ। ਹੁਣ ਕੱਲਾ ਇੰਜਣ ਤੁਰਿਆ ਫਿਰੇ ਤੇ ਗੱਡੀ ਬਣ ਜਾਏਗੀ। ਹੁਣ ਗੱਡੀ ਦੇ ਮਗਰ ਇੱਕ ਡੱਬਾ ਲਾ ਦਿਓ ਤਾਂ ਕਿ ਗੱਡੀ ਬਣ ਜਾਏਗੀ। ਇਹਦਾ ਅਰਥ ਇਹ ਨਹੀਂ ਕਿ ਅਗਲੇ ਡੱਬੇ ਦੀ ਕੀਮਤ ਹੈ, ਉਹਦੇ ਮਗਰ ਹਰ ਡੱਬੇ ਦੀ ਕੀਮਤ ਹੈ। ਇੱਥੋਂ ਤੱਕ ਜਿਹੜਾ ਸਭ ਤੋਂ ਪਿੱਛੇ ਗਾਰਡ ਦਾ ਡੱਬਾ ਹੈ ਉਹਦੀ ਵੀ ਕੀਮਤ ਹੈ, ਉਹਦੀ ਵੀ ਵੈਲਿਊ ਹੈ। ਉਹ ਨਾ ਹੋਵੇ ਤੇ ਤੁਹਾਨੂੰ ਕੌਣ ਦੱਸੇਗਾ ਵੀ ਤੁਹਾਡੇ ਮਗਰ ਡੱਬੇ ਚੱਲਦੇ ਨੇ ਕਿ ਸਭ ਰਾਹ 'ਚ ਰਹਿ ਗਏ ਨੇ। ਪਰਿਵਾਰ ਸਾਰਿਆਂ ਨੂੰ ਜੋੜ ਕੇ ਬਣਦਾ ਹੈ। ਕੋਈ ਬਹੁਤਾ ਸਿਆਣਾ ਹੋਏਗਾ, ਕੋਈ ਘੱਟ ਸਿਆਣਾ ਹੋਏਗਾ। ਇਸੇ ਕਰਕੇ ਉਹਨੂੰ ਇੱਕ ਪਰਿਵਾਰ ਕਹਿੰਦੇ ਨੇ। ਤੇ ਸਾਰੇ ਇੱਕ ਦੂਜੇ ਦੇ ਪੂਰਕ ਹੁੰਦੇ ਨੇ। ਸਾਰਿਆਂ ਨੂੰ ਰੱਬ ਨੇ ਇੱਕ ਦੂਜੇ ਦੇ ਨਾਲ ਜੋੜਿਆ ਹੁੰਦਾ। ਮੈਂ ਤਾਂ ਇੱਥੋਂ ਤੱਕ ਵੀ ਵੇਖਿਆ ਕਿ ਅਗਰ ਤੁਹਾਡੇ ਪਰਿਵਾਰ ਵਿੱਚ ਇੱਕ ਨਵਾਂ ਜੀ ਆਵੇ ਨਾ ਤੇ ਉਹਦੇ ਨਾਲ ਵੀ ਪਰਿਵਰਤਨ ਆਉਂਦਾ ਹੈ, ਕਿਉਂਕਿ ਉਹ ਆਪਣੇ ਭਾਗ ਲੈ ਕੇ ਆਉਂਦਾ ਹੈ। ਔਰ ਇੱਕ ਜੀ ਘਰ ਚੋਂ ਚਲਾ ਜਾਏ ਉਹਦੇ ਨਾਲ ਵੀ ਪਰਿਵਰਤਨ ਆਉਂਦਾ ਹੈ, ਕਿਉਂਕਿ ਉਹਦੇ ਭਾਗ ਤੁਹਾਡੇ ਘਰ ਚੋਂ ਨਿਕਲ ਗਏ। ਹੁਣ ਇਹ ਨਹੀਂ ਸਾਨੂੰ ਪਤਾ ਵੀ ਉਹ ਸਾਡੀ ਕਿਸਮਤ ਖਾਂਦੇ ਜਾਂ ਅਸੀਂ ਉਹਨਾਂ ਦੀ ਕਿਸਮਤ ਖਾਂਦੇ ਆ। ਜਦੋਂ ਤੁਹਾਡੇ ਘਰ ਵਿੱਚ ਕੋਈ ਨਵਾਂ ਜੀ ਪੈਦਾ ਹੁੰਦਾ ਤੇ ਸਮਝ ਲੈਣਾ ਵੀ ਤੁਹਾਡੇ ਘਰ ਵਿੱਚ ਭਾਗਾਂ ਦੀ ਐਡੀਸ਼ਨ ਹੋਈ ਹੈ। ਹੁਣ ਇਹ ਚੰਗੇ ਨੇ ਜਾਂ ਮਾੜੇ ਨੇ, ਵਾਹਿਗੁਰੂ ਜਾਣੇ। ਇਸੇ ਤਰ੍ਹਾਂ ਉਹਦੇ ਜਾਣ ਨਾਲ ਮਰਨ ਨਾਲ ਵੀ ਫਰਕ ਪੈਂਦਾ। ਕਈ ਘਰ ਚੋਂ ਐਸੇ ਜੀ ਜਾਂਦੇ ਨੇ ਕਿ ਨਾਲ ਹੀ ਰਿਜ਼ਕ ਵੀ ਚਲਾ ਜਾਂਦਾ ਹੈ।
ਘਰ ਹੀ ਖਾਲੀ ਹੋ ਜਾਂਦਾ, ਵਿਹੜਾ ਖਾਲੀ ਹੋ ਜਾਂਦਾ, ਮਗਰੋਂ ਉਹਦੇ ਭਾਗ ਸਾਰੇ ਪਰਿਵਾਰ ਖਾ ਰਿਹਾ ਹੁੰਦਾ। ਸਾਡੇ ਬਜ਼ੁਰਗ ਇਸ ਗੱਲ ਨੂੰ ਮੰਨਦੇ ਸੀ ਕਿ ਬਿਰਖ ਕੀ ਛਾਇਆ ਤੇ ਮਨੁੱਖ ਦੀ ਮਾਇਆ ਇਹ ਨਾਲ ਹੀ ਆਉਂਦੀ ਹੈ ਤੇ ਨਾਲ ਹੀ ਚਲੀ ਜਾਂਦੀ। ਜਿਵੇਂ ਜਿਵੇਂ ਦਰਖਤ ਵੱਡਾ ਹੁੰਦਾ ਹੈ ਉਵੇਂ ਉਵੇਂ ਦੀ ਛਾਂ ਵੱਡੀ ਹੁੰਦੀ ਜਾਂਦੀ ਹੈ। ਜਦੋਂ ਤੁਸੀਂ ਕੱਟ ਦਿਓਗੇ ਨਾਲ ਹੀ ਛਾਂ ਖਤਮ ਹੋ ਜਾਏਗੀ। ਇਸੇ ਤਰ੍ਹਾਂ ਮਨੁੱਖ ਦੀ ਮਾਇਆ ਵੀ ਮਨੁੱਖ ਦੇ ਨਾਲ ਹੀ ਆਉਂਦੀ ਹੈ। ਜਿੱਦਣ ਮਨੁੱਖ ਮਰੇਗਾ ਆਪਣੀ ਮਾਇਆ ਉਹਨੇ ਨਾਲ ਹੀ ਲੈ ਜਾਣੀ ਹੈ। ਹੁਣ ਇਹ ਜਿਹੜਾ ਲੋਮਸ ਰਿਸ਼ੀ ਹੈ ਇਹ ਕਹਿੰਦਾ ਵੀ ਨਿਰਗੁਣ ਹੈ, ਇਹ ਅੱਗੋਂ ਕਹਿੰਦਾ ਵੀ ਨਹੀਂ ਸਰਗੁਣ ਹੈ। ਜਿਹੜਾ ਕਾਗ ਭਸੁੰਡ ਰਿਸ਼ੀ ਹੈ ਇਹਦੀ ਜੂਨੀ ਸੀ ਉਸ ਵੇਲੇ ਪੰਡਤ ਵਾਲੀ। ਅਖੀਰ ਲੋਮਸ ਰਿਸ਼ੀ ਨੂੰ ਗੁੱਸਾ ਆ ਗਿਆ। ਉਹ ਕਹਿੰਦਾ ਵੀ ਕਿਉਂ ਪੰਛੀਆਂ ਵਾਂਗੂ ਕਰੀ ਜਾਂਦਾ। ਦੇਖੋ ਚੀਂ ਚੀਂ ਕਰਨਾ ਚਿੜੀਆਂ ਦਾ ਕੰਮ ਹੈ, ਕਾਂ ਕਾਂ ਕਰਨਾ ਕਾਵਾਂ ਦਾ ਕੰਮ ਹੈ। ਬੱਚੀਆਂ ਬੈਠੀਆਂ ਹੋਣ ਨਾ ਕਿਤੇ ਤੇ ਅਮੂਮਨ ਮਾਂ ਕਹਿੰਦੀ ਹੈ ਵੀ ਤੁਸੀਂ ਕਰਦੀਆਂ ਚੁੱਪ ਕੇ, ਤੁਸੀਂ ਜੋ ਚਿੜੀਆਂ ਵਾਂਗੂ ਚੀਂ ਚੀਂ ਲਾਈ ਹੈ। ਬੰਦੇ ਬੈਠੇ ਰੌਲਾ ਪਾਉਂਦੇ ਹੁਣ ਤਾਂ ਆਪਾਂ ਕਹਿੰਦੇ ਵੀ ਕਿਉਂ ਕਾਵਾਂ ਰੌਲੀ ਪਾਉਂਦੇ ਹੋ ਬਈ, ਤੁਸੀਂ ਪੁੱਛੋ ਵੀ ਇਹਨਾਂ ਚੋਂ ਕਾਂ ਕਿਹੜਾ। ਕਾਂ ਤੇ ਕੋਈ ਵੀ ਨਹੀਂ ਹੈ। ਕੁਝ ਐਸੀਆਂ ਗੱਲਾਂ ਸਾਡੇ ਬਜ਼ੁਰਗਾਂ ਦੇ ਜੀਵਨ ਦਾ ਤਾਤਪਰਜ ਹੈ, ਜ਼ਿੰਦਗੀ ਦਾ ਹੰਡਾਇਆ ਹੋਇਆ ਸੱਚ ਹੈ। ਇਹ ਚੀਜ਼ਾਂ ਤੁਹਾਨੂੰ ਧਰਮ ਗ੍ਰੰਥਾਂ ਚੋਂ ਜਾਂ ਦੂਜੇ ਗ੍ਰੰਥਾਂ ਚੋਂ ਕਿਤੇ ਵੀ ਨਹੀਂ ਮਿਲਣਗੀਆਂ। ਇਹ ਬਜ਼ੁਰਗਾਂ ਦੀ ਆਪਣੀ ਜ਼ਿੰਦਗੀ ਦੇ ਉਮਰਾਂ ਦੇ ਗ੍ਰੰਥ ਨੇ। 100-100 ਸਾਲ ਐਵੇਂ ਥੋੜਾ ਬਜ਼ੁਰਗਾਂ ਨੇ ਉਮਰ ਭੋਗੀ ਹੈ। ਹੁਣ ਉਹ ਰਿਸ਼ੀ ਕਹਿੰਦਾ ਵੀ ਤੂੰ ਕਿਉਂ ਕਾਂ ਕਾਂ ਕਰੀ ਜਾਂਦੇ ਭਾਈ, ਤੂੰ ਚੁੱਪ ਕਿਉਂ ਨਹੀਂ ਕਰਦਾ। ਪਛਨ ਸਹਿਤ ਬੋਲ ਹੈ ਤੇਰੇ, ਬਾਰ ਬਾਰ ਮੋਰਤ ਬਚ ਮੇਰੇ, ਅਧਿਕਾਰੀ ਹੋਂ ਜਾਣ ਕੇ ਉਪਦੇਸ਼ਿਤ ਥੋ ਤੋਹੇ, ਹੋ ਅਦਮ ਖਗ ਸਬਨ ਤੇ ਸਹੋ ਸਰਾਫ ਅਬ ਮੋਹੇ। ਕਹਿੰਦੇ ਮੈਂ ਸੋਚਦਾ ਸਾਂ ਤੂੰ ਪੰਡਤ ਹੈ, ਤੂੰ ਅਧਿਕਾਰੀ ਹੈ ਕਿ ਮੈਂ ਤੈਨੂੰ ਗਿਆਨ ਦਿਆਂ, ਪਰ ਮੈਨੂੰ ਨਹੀਂ ਸੀ ਪਤਾ ਕਿ ਤੂੰ ਅਧਿਕਾਰੀ ਨਹੀਂ ਹੈ। ਜਾਂ ਮੈਂ ਤੈਨੂੰ ਸਰਾਫ ਦਿੰਨਾ ਕਿ ਤੂੰ ਕਾਂ ਦੀ ਖੱਗ ਦੀ ਪੰਛੀ ਦੀ ਜੂਨੀ ਵਿੱਚ ਪਵੇਂਗਾ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ ਔਰ ਇਹਦੇ 2-3 ਉਪਦੇਸ਼ ਸਨ। ਸਵਾਲ ਇਹ ਨਹੀਂ ਕਿ ਤੁਸੀਂ ਕਿਹਨੂੰ ਮੰਨਦੇ ਹੋ। ਤੁਸੀਂ ਗੁਰੂ ਨਾਨਕ ਨੂੰ ਮੰਨੋ, ਤੁਸੀਂ ਹਜ਼ਰਤ ਈਸਾ ਨੂੰ ਮੰਨੋ, ਤੁਸੀਂ ਹਜ਼ਰਤ ਮੁਹੰਮਦ ਨੂੰ ਮੰਨੋ, ਤੁਸੀਂ ਕਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਮੰਨੋ ਭਾਈ, ਪਰ ਆਪਣੇ ਗੁਰੂ ਪੀਰ ਨੂੰ ਮੰਨਦਿਆਂ ਦੂਜੇ ਦਾ ਅਨਾਦਰ ਨਾ ਕਰੋ। ਦੇਖੋ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ, ਸਾਨੂੰ ਹੱਕ ਹੈ, ਪਰ ਅਸੀਂ ਬਾਈਬਲ ਦਾ, ਕੁਰਾਨ ਸ਼ਰੀਫ ਦਾ, ਅਸੀਂ ਧਰਮ ਗ੍ਰੰਥ ਗੀਤਾ ਦਾ, ਰਮਾਇਣ ਦਾ ਅਨਾਦਰ ਕਰੀਏ, ਵੇਦਾਂ ਦਾ, ਸਿਮਰਤੀਆਂ ਦਾ, ਸ਼ਸਤਰਾਂ ਦਾ, ਇਹ ਠੀਕ ਨਹੀਂ ਹੈ। ਮੈਂ ਆਪਣੇ ਮਾਪਿਓ ਦੀ ਜਿੰਨੀ ਮਰਜ਼ੀ ਸੇਵਾ ਪੂਜਾ ਕਰਾਂ, ਪਰ ਮੈਂ ਕਿਸੇ ਦੇ ਮਾਪਿਓ ਨੂੰ ਮਾੜਾ ਕਿਉਂ ਬੋਲਾਂ ਬਈ। ਤੁਸੀਂ ਆਪਣੀ ਗੱਲ ਜਿੰਨੀ ਮਰਜ਼ੀ ਵਧੀਆ ਕਹੋ, ਤੁਸੀਂ ਦੂਜੇ ਪ੍ਰਤੀ ਮਾੜਾ ਕਿਉਂ ਬੋਲੋਗੇ। ਇਹਦੀ ਗਲਤੀ ਇਹ ਸੀ ਕਿ ਮੰਨਦਾ ਸ਼ਿਵ ਜੀ ਨੂੰ ਸੀ, ਤੇ ਜੇ ਕੋਈ ਗੱਲ ਬ੍ਰਹਮਾ ਦੀ ਕਰੇ, ਜੇ ਕੋਈ ਗੱਲ ਵਿਸ਼ਨੂੰ ਜੀ ਦੀ ਕਰੇ ਤੇ ਇਹ ਗੁੱਸੇ ਹੋ ਜਾਂਦਾ ਸੀ। ਇਹ ਕਹਿੰਦਾ ਸੀ ਉਹ ਕੌਣ ਹੁੰਦੇ ਨੇ, ਮੇਰਾ ਭਗਵਾਨ ਵੱਡਾ। ਆਪਾਂ ਜਿਹੜੇ ਵੱਖਰੇ ਵੱਖਰੇ ਧਰਮਾਂ ਨੂੰ ਮੰਨਦੇ ਆ, ਸਾਡੇ ਵਾਸਤੇ ਬੜੀ ਵੱਡੀ ਸਿੱਖਿਆ ਹੈ ਕਿ ਆਪਣੇ ਧਰਮ ਨੂੰ ਮੰਨਦਿਆਂ ਕਿਸੇ ਦੂਜੇ ਦੇ ਧਰਮ ਦਾ ਅਨਾਦਰ ਨਹੀਂ ਕਰਨਾ। ਇੱਥੇ ਹੁਣ ਇਸ ਨੂੰ ਕਾਂ ਦੀ ਜੂਨੀ ਮਿਲਦੀ ਹੈ। ਹਾਂਜੀ, ਬਾਏ ਅਸਦੀ ਹੈ ਤਬੀ ਮਮ ਪਈ, ਹਾਥ ਬੰਦ ਕੈ ਉਸਤਤ ਕਈ। ਉਸ ਲੋਮਸ ਰਿਸ਼ੀ ਦੇ ਕਹਿਣ ਦੀ ਦੇਰੀ ਸੀ। ਕਹਿੰਦੇ ਮੇਰਾ ਸਰੀਰ ਹੀ ਪਲਟ ਗਿਆ।
ਮੈਂ ਮਨੁੱਖ ਤੋਂ ਕਾਮ ਬਣ ਗਿਆ। ਹੁਣ ਮੈਂ ਉਸ ਰਿਸ਼ੀ ਦੇ ਅੱਗੇ ਬੇਨਤੀ ਕੀਤੀ ਕਿ ਮਹਾਤਮਾ, ਮੈਂ ਤੁਹਾਨੂੰ ਆਪਣਾ ਗੁਰੂ ਮੰਨਿਆ ਸੀ, ਰਹਿਬਰ ਮੰਨਿਆ ਸੀ। ਮੈਂ ਤੁਹਾਡੇ ਕੋਲ ਇੱਕ ਸ਼ਿਸ਼ ਬਣ ਕੇ, ਚੇਲਾ ਬਣ ਕੇ ਤੁਹਾਡੇ ਕੋਲ ਆਇਆ ਸੀ। ਹਾਂਜੀ। ਸਤ ਸ਼ਰਾਪ ਹੋਵੈ ਰਿਕ ਤੇਰਾ, ਬੁਝ ਕੋ ਲਖੋ ਆਪਣੋ ਚੇਰਾ। ਔਰ ਮੈਨੂੰ ਪਤਾ ਹੈ ਇਹ ਤੁਹਾਡਾ ਸਰਾਫ ਟਲੇਗਾ ਨਹੀਂ। ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਇੱਕ ਸਾਧ ਬਚਨ ਅਟਲਾਦਾ। ਹੁਣ ਇਹਦਾ ਮਿਸਯੂਜ ਵੀ ਬੜਾ ਹੋਇਆ ਕਿ ਹਰ ਗਲਤ ਆਦਮੀ ਨੇ ਵੀ ਸਾਧੂ ਦੇ ਕੱਪੜੇ ਪਾ ਕੇ ਤੁਹਾਨੂੰ ਕਿਹਾ ਕਿ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ, ਜੇ ਤੁਸੀਂ ਮੇਰੇ ਕਹਿਣ ਤੇ ਨਹੀਂ ਕਰੋਗੇ, ਮੈਂ ਤੁਹਾਨੂੰ ਸਰਾਫ ਦੇ ਦਾਂਗਾ। ਅਸੀਂ ਡਰ ਗਏ। ਇਹ ਗੱਲ ਗੁਰਬਾਣੀ ਨੇ ਮੰਨੀ ਹੈ ਕਿ ਸਾਧੂ ਦਾ ਬਚਨ ਅਟਲ ਹੈ। ਪਰ ਗੁਰਬਾਣੀ ਨੇ ਇੱਕ ਗੱਲ ਹੋਰ ਵੀ ਤਾਂ ਕਹੀ ਹੈ ਨਾ। ਉਹ ਗੱਲ ਹੈ ਕਿ ਕੀ ਤੁਹਾਨੂੰ ਪਤਾ ਹੈ ਕਿ ਸਾਧੂ ਕੌਣ ਹੈ? ਸਾਧੂ ਦੇ ਲੱਛਣ ਨੇ, ਸਾਧੂ ਦੀ ਇੱਕ ਪਹਿਚਾਨ ਹੈ। ਇਹਦਾ ਅਰਥ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਸਾਧੂ ਨਹੀਂ ਮੰਨਣਾ, ਸਾਧੂ ਮੰਨਣਾ ਹੈ। ਪਰ ਉਹਦੇ ਵਾਸਤੇ ਇੱਕ ਦਰਪਣ ਹੈ ਤੁਹਾਡੇ ਕੋਲ, ਉਹ ਹੈ ਗੁਰਬਾਣੀ। ਉਸ ਦਰਪਣ ਦੇ ਵਿੱਚੋਂ ਵੇਖਣ ਦੀ ਕੋਸ਼ਿਸ਼ ਤੇ ਕਰੋ। ਪਤਾ ਤੇ ਲੱਗੇ ਵੀ ਇਹ ਕੌਣ ਹੈ। ਮੇਰੀ ਬੇਨਤੀ ਹੈ ਮੋਬਾਈਲ ਵਾਲੇ ਵੀਰਾਂ ਨੂੰ, ਮੇਰੇ ਸਾਹਮਣੇ ਬੈਠੇ ਸੁਣੀ ਜਾਂਦੇ ਨੇ, ਘਰ ਜਾ ਕੇ ਇਹਨਾਂ ਨੇ ਕਹਿਣਾ ਵੀ ਕਥਾ ਸੁਣ ਕੇ ਆਏ ਆ। ਤੇ ਜਿਨ੍ਹਾਂ ਦੀਆਂ ਘੰਟੀਆਂ ਵੱਜਦੀਆਂ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤਰਸ ਕਰੋ ਥੋੜਾ ਜਿਹਾ। ਕੋਈ ਤੁਹਾਨੂੰ ਪੇਮੈਂਟ ਦਾ ਫੋਨ ਕੋਈ ਨਹੀਂ ਜੇ ਆਉਣਾ ਵੀ ਅਸੀਂ ਜੋੜਾ ਘਰ 'ਚ ਖੜੇ ਆ ਜੀ, ਪੈਸੇ ਲੈ ਲਓ। ਮੰਗਣ ਵਾਲਿਆਂ ਦੇ ਤੇ ਆਉਣਗੇ, ਦੇਣ ਵਾਲੇ ਦਾ ਕੋਈ ਨਹੀਂ ਆਉਣਾ। ਬੰਦ ਕਰ ਲਓ, ਠੀਕ ਰਾਂਗੇ ਆਪਾਂ। ਵੀ ਜਿਹੜੀ 5-7 ਮਿੰਟ ਦੀ ਸੁੱਖ ਸ਼ਾਂਤੀ ਉਹ ਤੇ ਨਾ ਗਵਾਈਏ। ਬਾਕੀ ਤੇ ਵੇਖੋ, ਜ਼ਿੰਦਗੀ ਇੱਕ ਸਫ਼ਰ ਹੈ, ਜ਼ਿੰਦਗੀ ਇੱਕ ਸੰਘਰਸ਼ ਹੈ, ਜ਼ਿੰਦਗੀ ਆਪਣੇ ਆਪ ਵਿੱਚ ਇੱਕ ਸਮੱਸਿਆ ਹੈ। ਜਿਹੜੀ ਗੱਲ ਸਾਨੂੰ ਨਹੀਂ ਸਮਝ ਆ ਰਹੀ, ਅਸੀਂ 24 ਘੰਟੇ ਨਾ ਇਹਦੇ ਵਿੱਚੋਂ ਖੁਸ਼ੀਆਂ ਲੱਭਦੇ ਫਿਰਦੇ ਆ। ਲੱਭਣੀਆਂ ਗੁਨਾਹ ਨਹੀਂ ਹੈ, ਪਰ ਇਹ ਜ਼ਰੂਰ ਚੇਤਾ ਰੱਖਣਾ, ਸੁੱਖੇ ਕੋ ਦੁੱਖ ਅਗਲਾ। ਜਿੰਨਾ ਸੁੱਖ ਮਗਰ ਭੱਜੋਗੇ, ਉਹਨੇ ਦੁੱਖ ਤੁਹਾਡੇ ਅੱਗੇ ਆਉਣਗੇ। ਇਹ ਚੇਤਾ ਰੱਖਣਾ ਤੁਸੀਂ। ਕਿਉਂਕਿ ਕੇਵਲ ਸਾਡੀ ਦੌੜ ਨਹੀਂ, ਸਾਡੇ ਪੈਰਾਂ ਹੱਥਾਂ ਦੀ ਦੌੜ ਦੇ ਨਾਲ ਸਾਡੀ ਤ੍ਰਿਸ਼ਨਾ ਵੀ ਦੌੜੀ ਜਾਂਦੀ ਹੈ। ਔਰ ਇਹ ਗੱਲ ਸਤਿਗੁਰੂ ਦੀ ਬਾਣੀ 'ਚ ਲਿਖੀ ਹੋਈ ਹੈ, ਸਹਿਸ ਖਟੈ ਲੱਖ ਕੋ ਉੱਠ ਧਾਵੇ। ਕੋਈ ਤੁਹਾਨੂੰ ਅਮਰੀਕਾ ਗਿਆ ਬੰਦਾ ਮਿਲੇ ਨਾ, ਬਲ ਅੱਜ ਤੋਂ 20 ਸਾਲ ਪਹਿਲਾਂ, ਹੁਣ ਤੇ ਸਭ ਚੇਂਜ ਹੋ ਗਿਆ ਨਾ, ਦੁਨੀਆ ਚੇਂਜ ਹੋ ਗਈ। ਕੋਈ ਵਿਅਕਤੀ ਜਿਹੜਾ ਤੁਹਾਨੂੰ ਕਵੇ ਜੀ ਮੈਂ 20 ਸਾਲ ਪਹਿਲਾਂ ਅਮਰੀਕਾ ਗਿਆ ਸੀ, ਉਹਨੂੰ ਪੁੱਛੋ ਕਿੰਨੇ ਡਾਲਰ ਲੈ ਕੇ ਗਿਆ ਸੀ। ਕੋਈ ਵਿਰਲਾ ਕਹੇਗਾ ਕਿ ਮੈਂ 100 ਡਾਲਰ ਲੈ ਕੇ ਗਿਆ ਸੀ, ਨਹੀਂ ਤੇ ਕੋਈ 20, ਕੋਈ 50, ਕੋਈ 80। ਕਿਉਂਕਿ ਡਾਲਰ ਕਮਾਉਣ ਗਏ ਸੀ ਉਹ ਡਾਲਰ ਅਮਰੀਕਾ ਵਿਖਾਉਣ ਨਹੀਂ ਸੀ ਗਏ, ਹੈ ਹੀ ਨਹੀਂ ਸੀ। ਫੜ ਫੁੜ ਕੇ ਤੇ ਟਿਕਟਾਂ ਲਈਆਂ ਸੀ ਉਹਨਾਂ ਨੇ। ਔਰ ਉਹਨਾਂ ਨੂੰ ਏਅਰਪੋਰਟ ਤੋਂ ਉਤਰਦਿਆਂ ਪਤਾ ਸੀ ਵੀ ਅਸੀਂ ਹੁਣ ਮਿਹਨਤ ਕਰਨੀ ਤੇ ਲੇਬਰ ਕਰਨੀ ਹੈ। ਅਗਲੀ ਗੱਲ ਵੀ ਪੁੱਛਿਓ ਵੀ ਤੁਸੀਂ ਲੈਣ ਕੀ ਗਏ ਸੀ, ਉਹ ਕਹਿਣਗੇ ਜੀ ਪੈਸੇ ਕਮਾਉਣ। ਫਿਰ ਜ਼ਰੂਰ ਪੁੱਛਿਓ ਕਿੰਨੇ ਪੈਸੇ। ਹਰ ਬੰਦਾ ਤੁਹਾਨੂੰ ਕਹੇਗਾ ਵੀ ਅਸੀਂ ਸੋਚ ਕੇ ਗਏ ਸੀ ਵੀ ਜਦੋਂ 2-4 ਲੱਖ ਰੁਪਈਆ ਹੋ ਗਿਆ ਨਾ, ਉਦੋਂ ਮੁੜ ਜਾਣਾ। ਉਦੋਂ ਬੜੀ ਕੀਮਤ ਹੁੰਦੀ ਸੀ। ਅੱਜ ਤੋਂ 30-35-40 ਸਾਲ ਪਹਿਲਾਂ 3-4 ਲੱਖ ਦਾ ਫਲੈਟ ਮਿਲ ਜਾਂਦਾ ਸੀ ਟਗੋਰ ਗਾਰਡਨ DDA ਦਾ। 2-2, 2.5 ਲੱਖ ਦੇ ਫਲੈਟ ਮਿਲਦੇ ਸੀ ਇੱਥੇ, ਜਿਹੜੇ ਅੱਜ ਕਰੋੜ 1.5 ਕਰੋੜ ਦੇ ਨੇ।
ਪਰ ਵਾਪਸ ਕੋਈ ਨਹੀਂ ਜੇ ਆਇਆ। ਉਹ ਜਿਹੜੇ 2-2 ਲੱਖ ਲੈਣ ਗਏ ਸੀ ਨਾ, ਉੱਥੇ ਫਸੇ ਹੋਏ ਨੇ, ਕਿਉਂਕਿ 2 ਦਾ ਮੁੜ ਕੇ ਉਹਨਾਂ ਦੀ ਜਿਵੇਂ ਜਿਵੇਂ ਹੱਥ ਗਾਂਹ ਗਏ, ਪੈਰ ਅੱਗੇ ਗਏ, ਉਵੇਂ ਉਵੇਂ ਤ੍ਰਿਸ਼ਨਾ ਵੀ ਗਾਂਹ ਚਲੀ ਗਈ। ਵੀ ਨਹੀਂ 2 ਜੂ ਲੈ ਕੇ ਜਾਏਗਾ, 4 ਇਕੱਠਾ ਕਰ ਲੈ। 4 ਆਇਆ ਤੇ ਕਿਹਾ 40 ਇਕੱਠਾ ਕਰ ਲਾ। 40 ਆਇਆ ਤੇ ਫਿਰ ਕਿਹਾ ਜੀ 400 ਇਕੱਠਾ ਕਰ ਲਓ। ਕਈ ਤਾਂ ਐਸੇ ਵੀ ਗਏ ਨੇ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਡੱਬੇ 'ਚ ਵਾਪਸ ਆਈ ਹੈ। ਮਗਰੋਂ ਧੀਆਂ ਵਿਆਹੀਆਂ ਗਈਆਂ, ਪੁੱਤਰ ਵਿਆਹੇ ਗਏ। ਬੜੀ ਕੀਮਤ ਦਿੱਤੀ ਲੋਕਾਂ ਨੇ, ਬੜਾ ਪੇ ਕੀਤਾ ਹੈ। ਪੂਰੀ ਜ਼ਿੰਦਗੀ ਫੈਮਿਲੀ ਪਰਿਵਾਰ ਸਫਰ ਕਰ ਗਿਆ। ਇਸ ਤ੍ਰਿਸ਼ਨਾ ਨੇ ਕਿਸੇ ਬੰਦੇ ਨੂੰ ਸੁੱਖ ਨਹੀਂ ਦਿੱਤਾ। ਬੇਸਮੈਂਟਾਂ 'ਚ ਰਹੇ, ਹੱਥ ਸਾੜ ਕੇ ਸਾਰੀ ਉਮਰ ਰੋਟੀਆਂ ਖਾਧੀਆਂ, ਸੋਚਿਆ ਹੀ ਨਹੀਂ ਕਿ ਤੇਰੇ ਤੋਂ ਜਿਹੜੇ ਬਾਅਦ 'ਚ ਜੰਮਣਗੇ ਉਹ ਵੀ ਖੱਟਣ ਕਮਾਉਣਗੇ। ਸਾਡੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਇੱਕੋ ਹੀ ਭੁਲੇਖਾ ਵੀ ਸਾਡੇ ਬੱਚੇ ਲੰਗੜੇ ਲੂਲੇ ਹੋਣੇ ਨੇ। ਉਹਨਾਂ ਨੇ ਨਾ ਕਮਾ ਸਕਣਾ ਹੈ, ਨਾ ਉਹਨਾਂ ਨੇ ਖੱਟ ਸਕਣਾ ਹੈ, ਨਾ ਉਹਨਾਂ ਤੋਂ ਪਲਾਟ ਖਰੀਦੇ ਜਾਣੇ ਨੇ, ਨਾ ਉਹਨਾਂ ਤੋਂ ਘਰ ਬਣਾਏ ਜਾਣੇ ਨੇ। ਫੈਕਟਰੀਆਂ ਤਾਂ ਲੱਗਣੀਆਂ ਹੀ ਕੋਈ ਨਹੀਂ ਉਹਨਾਂ ਕੋਲੋਂ, ਮੈਂ ਹੀ ਲਾ ਕੇ ਦੇ ਜਾਵਾਂ। ਨਹੀਂ, ਤੁਹਾਡੇ ਜਵਾਕ ਤੁਹਾਡੇ ਤੋਂ ਖੁਸ਼ਕਿਸਮਤ ਨੇ, ਬਦਕਿਸਮਤ ਨਹੀਂ ਹੈ। ਉਹ ਬ੍ਰਾਂਡਡ ਕੱਪੜੇ ਪਾਉਂਦੇ ਨੇ। ਤੁਸੀਂ ਦੇਖੇ ਅੱਜ ਮੇਰੇ ਵਰਗਾ ਹੈਂਗਰ ਤੋਂ ਵੇਖ ਵੀ ਲਵੇ ਨਾ ਕਿਸੇ ਮੈਸੀ ਵਰਗੇ ਸ਼ੋਰੂਮ ਤੇ ਜਾ ਕੇ, ਤੇ ਫਿਰ ਛੱਡ ਦਿੰਦਾ ਵੀ ਨਹੀਂ ਮਹਿੰਗਾ ਹੈ। ਉਹ ਮੇਰਾ ਫਿਰ ਮੁੜ ਕੇ ਕਾਕਾ ਕਹੂਗਾ ਕਿ ਬਾਪੂ ਲੈ ਲਾ, ਕੋਈ ਨਹੀਂ ਅਸੀਂ ਦੇ ਦਿੰਦੇ ਆ, ਕਿਉਂਕਿ ਮੈਂ ਉਹਨੂੰ ਫਿਰ 74 ਤੇ ਉਹ ਡਿਵਾਈਡ ਕਰਨਾ ਹੈ ਵੀ ਕਿੰਨੇ ਪੈਸੇ ਇੰਡੀਆ ਦੇ ਲੱਗ ਗਏ। ਤੁਹਾਡੇ ਨਿਆਣੇ ਖੁਸ਼ਕਿਸਮਤ ਨੇ, ਬ੍ਰਾਂਡਡ ਕੱਪੜੇ ਪਾਉਂਦੇ ਨੇ, ਸਾਡੇ ਤੋਂ ਪੈਣੇ ਹੀ ਨਹੀਂ, ਕਿਉਂਕਿ ਸਾਡੀ ਮੈਂਟੈਲਿਟੀ ਨਹੀਂ, ਅਸੀਂ ਗਏ ਹੀ ਨਹੀਂ ਉੱਥੋਂ ਤੱਕ। ਅਸੀਂ ਪਾਪਲੀਨ ਖੱਦਰ ਤੋਂ ਤੁਰੇ ਆ ਟੈਰੀਕਾਟ ਤੇ ਮੁੱਕ ਜਾਣਾ ਪਲੇਸਟਰ ਤੇ। ਅਸੀਂ ਇਦੂਗਾ ਦੁਨੀਆ ਹੀ ਨਹੀਂ ਸਾਡੀ। ਤਾਂ ਮੈਂ ਹੱਥ ਜੋੜੇ ਨੇ ਵੀ ਇਹਨੂੰ ਫੋਨ ਨੂੰ ਬੰਦ ਕਰ ਲਓ। ਰੋਜ਼ ਇਹ ਕਥਾ 15 ਮਿੰਟ ਇਸੇ ਗੱਲ ਤੇ ਖੱਪ ਜਾਂਦੀ ਹੈ। ਆਏ ਹੋ ਤੁਸੀਂ ਬਖਸ਼ਿਸ਼ ਲੈਣ ਵਾਸਤੇ, ਔਰ ਕੋਈ ਵਿਅਕਤੀ ਐਸਾ ਨਹੀਂ ਹੈ ਕਿ ਜਿਨੇ ਫੋਨ ਦੀ ਵਰਤੋਂ ਸਿੱਖੀ ਹੋਵੇ। ਔਰ ਤੁਸੀਂ ਮੈਸੇਜ ਵੇਖ ਲਓ, ਸਵੇਰੇ ਸਵੇਰੇ 25-30 ਕਿਸਮ ਦੀ ਤੇ ਚਾਹ ਆਉਂਦੀ ਹੈ, 40-50 ਤਰੀਕੇ ਦੀ ਤੇ ਗੁੱਡ ਮਾਰਨਿੰਗ ਆਉਂਦੀ ਹੈ। ਪਤਾ ਦੁਨੀਆ ਵਿਹਲੀ ਨੂੰ ਕੰਮ ਹੀ ਕੋਈ ਨਹੀਂ। ਸਵੇਰੇ ਉੱਠ ਕੇ ਪਾਠ ਕਰ ਲਓ ਯਾਰ, ਕੀ ਕਿਹੜੇ ਧੰਦੇ 'ਚ ਪਏ ਤੁਸੀਂ? ਕੌਣ ਪੜ੍ਹਦਾ ਤੁਹਾਡੇ ਮੈਸੇਜ? ਮੈਂ ਤਾਂ ਨਹੀਂ ਪੜ੍ਹਦਾ। ਮੈਨੂੰ ਜਿਹੜਾ 4 ਮੈਸੇਜ ਇਕੱਠੇ ਭੇਜੇ ਨਾ, ਉਹਨੂੰ ਪਹਿਲਾਂ ਬਲੌਕ ਕਰਦਾ, ਫਿਰ ਡਿਲੀਟ ਕਰਦਾ ਵੀ ਚੱਲ ਤੂੰ ਖਤਮ ਹੋ। ਕਈ ਕਹਿਣਗੇ ਗਿਆਨੀ ਜੀ ਤੁਹਾਨੂੰ ਮੈਸੇਜ ਭੇਜਿਆ ਸੀ, ਉਹ ਸਾਡੇ ਡੈਥ ਹੋ ਗਈ। ਮੈਂ ਕਿਹਾ ਭਾਜੀ 40 ਆਉਂਦੇ ਨੇ ਤੁਹਾਡੇ, ਹੁਣ ਕੀ ਪਤਾ ਡੈਥ ਕਦੋਂ ਹੋਈ ਤੁਹਾਡੀ। ਤੁਸੀਂ ਇੱਕ ਮੈਸੇਜ ਭੇਜੋਗੇ, ਅਗਲਾ ਜ਼ਰੂਰ ਵੇਖੇਗਾ ਵੀ ਮੈਸੇਜ ਆਇਆ, ਕੋਈ ਗੱਲ ਹੈ। ਤੇ ਜੇ ਉਹਨੂੰ ਪਤਾ ਵੀ ਇਹਨੇ ਤੇ ਸਵੇਰੇ 250 ਮੈਸੇਜ ਭੇਜਣਾ, ਤੁਹਾਡੇ ਪੜ੍ਹਨੇ ਕਿਸੇ ਨੇ। 25-30 ਹੁਕਮਨਾਮੇ ਆਉਂਦੇ ਨੇ ਸਵੇਰੇ ਮੈਨੂੰ, ਪੰਜਾ ਸਾਹਿਬ ਦਾ, ਨਨਕਾਣਾ ਸਾਹਿਬ ਦਾ, ਫਲਾਣੇ ਪਿੰਡ ਦਾ, ਅਮਕੇ ਪਿੰਡ ਦਾ, ਅਮਕੇ ਸ਼ਹਿਰ ਦਾ, ਅਮਕੀ ਸਿੰਘ ਸਭਾ ਦਾ। ਕਿੰਨੇ ਪੜ੍ਹ ਲਓਗੇ ਤੁਸੀਂ? ਕਿਹੜੇ ਕਿਹੜੇ ਗੁਰੂ ਨੂੰ ਮੰਨਣਾ ਤੁਸੀਂ? ਨਨਕਾਣਾ ਸਾਹਿਬ ਵਾਲੇ ਨੂੰ ਮੰਨਣਾ, ਪੰਜਾ ਸਾਹਿਬ ਵਾਲੇ ਨੂੰ ਮੰਨਣਾ? ਤੁਸੀਂ ਅਸੀਂ ਇਨਸਲਟ ਕਰ ਰਹੇ ਹਾਂ। ਹੁਕਮਨਾਮੇ ਦੀ ਵੀ ਇਨਸਲਟ ਹੈ, ਧਰਮ ਦੀ ਵੀ ਇਨਸਲਟ ਹੈ। ਸ਼ਬਦ ਲਾ ਲਿਆ ਤੁਸੀਂ ਟੋਣ ਤੇ। ਹੁਣ ਜਿਵੇਂ ਬੈਲ ਵੱਜੀ, ਅੱਧੀ ਪੰਕਤੀ ਵੀ ਨਹੀਂ ਪੜ੍ਹੀ ਗਈ, ਤੁਸੀਂ ਉਹਦੀ ਧੌਣ ਨਾ ਪਤੀ ਵਿਚਾਰੇ ਦੀ। ਹੁਣ ਉਹ ਸ਼ਬਦ ਕੱਟ ਗਿਆ, ਉਹਦਾ ਕੌਣ ਜ਼ਿੰਮੇਵਾਰ ਹੈ? ਇੱਥੇ ਰਾਗੀ ਸ਼ਬਦ ਪੜ੍ਹਦਾ ਹੋਵੇ, ਮੈਂ ਵਿੱਚੋਂ ਕਵਾਂ ਚੁੱਪ ਕਰ ਜਾ, ਤੁਸੀਂ ਮੈਨੂੰ ਕੁੱਟਣ ਤੱਕ ਜਾਓਗੇ ਵੀ ਭਾਈ ਸਾਹਿਬ ਤੁਸੀਂ ਉਹਨੂੰ ਸ਼ਬਦ ਪੜ੍ਹਦੇ ਨੂੰ ਕਿਵੇਂ ਰੋਕਤਾ। ਤੇ ਜਿਹੜੇ ਮੋਬਾਈਲ ਨੂੰ ਤੁਸੀਂ ਰੋਕਦੇ, ਤੁਹਾਨੂੰ ਕੌਣ ਕੁੱਟੇਗਾ ਭਾਈ? ਕਿਤੇ ਤਾਂ ਖਲੋ ਜਾਈਏ ਆਪਾਂ। ਜੇ ਤੁਸੀਂ ਸ਼ਬਦ ਲਾਇਆ, ਕਾਹਦੇ ਲਈ ਲਾਇਆ ਹੈ? ਉਹਨੂੰ ਤੇ ਸੁਣਦਾ ਨਹੀਂ, ਤੁਹਾਨੂੰ ਸੁਣਦਾ। ਸੁਣੋ, ਫਿਰ 2 ਮਿੰਟ ਹੌਸਲਾ ਕਰੋ, ਵੱਜ ਲੈਣ ਦਿਓ, ਸੁਣ ਲਓ ਸ਼ਬਦ। ਜਦੋਂ ਪੰਕਤੀ ਪੂਰੀ ਹੋ ਜਾਏਗੀ ਚੁੱਕ ਲਿਓ ਜੇ। ਵੇਖੋ ਕਿੰਨੀ ਪਿਆਰੀ ਕਥਾ ਹੈ। ਆਏ ਅਸੀਂ ਗੁਰਦੁਆਰੇ ਸਿੱਖਣ ਵਾਸਤੇ। ਇੱਕ ਪੰਕਤੀ ਹੈ, ਇਹ ਲਿਖ ਲਓ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਬੀਚੇ ਅਟਕਿਓ ਚੀਤ। ਹੁਣ ਗੁਰਦੁਆਰੇ ਤੇ ਰੱਬ ਨੂੰ ਹੀ ਮਿਲਣ ਆਏ ਹੋ ਨਾ, ਹੋਰ ਇੱਥੇ ਕੁਝ
ਨਾ ਕੋਈ ਕੰਬਲ ਵੰਡੇ ਜਾ ਰਹੇ ਨੇ, ਨਾ ਕੋਈ ਬ੍ਰੈਡ ਪਕੌੜੇ ਵੰਡੇ ਜਾ ਰਹੇ ਨੇ। ਗੁਰਦੁਆਰੇ ਆਉਣ ਦਾ ਮਕਸਦ ਰੱਬ ਦੇ ਘਰ ਆਉਣਾ ਹੈ, ਰੱਬ ਦੀ ਇਬਾਦਤ ਕਰਨ ਆਉਣਾ ਹੈ, ਉਹਦੀ ਅਕੀਦਤ ਕਰਨ ਆਉਣਾ ਹੈ, ਉਹਦੀ ਨਜ਼ਰ, ਉਹਦੀ ਬਲੈਸਿੰਗ ਲੈਣ ਵਾਸਤੇ ਆਉਣਾ ਹੈ। ਤੇ ਕੋਈ ਸਾਨੂੰ ਖੜਾ ਕਰਕੇ ਪੁੱਛੇ ਵੀ ਤੇਰਾ ਇੱਕ ਵੀ ਕੋਈ ਐਸਾ ਐਕਸ਼ਨ ਹੈ, ਕੋਈ ਇੱਕ ਵੀ ਤਰੀਕਾ ਤੇਰਾ ਐਸਾ ਹੈ ਜਿਹਦੇ ਚੋਂ ਮੰਨਿਆ ਜਾਏ ਵੀ ਤੂੰ ਬਲੈਸਿੰਗ ਲੈਣ ਆਇਆ? ਫੋਟੋਆਂ ਖਿੱਚ ਲਓ, ਆਪਣੀਆਂ ਖਿਚਾ ਲਓ। ਕਿੰਨਾ ਟਾਈਮ ਅਸੀਂ ਆਪਣਾ ਵੇਸਟ ਕਰ ਰਹੇ ਹਾਂ। ਜੇ ਇਹੋ ਕੁਝ ਹੀ ਕਰਨਾ ਹੈ, ਕਿਸੇ ਪਾਰਕ ਚਲੇ ਜਾਂਦੇ, ਫਿਰ ਰੱਬ ਦੇ ਘਰ ਆਉਣ ਦੀ ਕੀ ਲੋੜ ਸੀ? ਜੇ ਰੱਬ ਦੇ ਘਰ ਆਏ ਹੋ, ਥੋੜੇ ਤੋਂ ਥੋੜਾ ਸਮਾਂ ਵੀ ਯਤਨ ਕਰੋ, ਨਾ ਆਪ ਟੁੱਟੋ, ਨਾ ਕਿਸੇ ਨੂੰ ਟੁੱਟਣ ਦਿਓ। ਕੋਈ ਤੁਹਾਡੇ ਲਾਗੇ ਗੱਲਾਂ ਵੀ ਕਰੇ ਤਾਂ ਉਹਨੂੰ ਕਹੋ, ਵੀਰ ਜੀ ਉੱਠ ਕੇ ਤੁਸੀਂ ਬਾਹਰ ਜਾ ਕੇ ਆਪਣਾ ਹਿਸਾਬ ਕਿਤਾਬ ਕਰ ਲਓ, ਜਦੋਂ ਲੈਣ ਦੇਣ ਮੁੱਕ ਗਿਆ ਉਦੋਂ ਅੰਦਰ ਆ ਜਿਓ। ਜੇ ਹੋਣਾ ਤੇ ਲੈਣ ਦੇਣ ਹੀ, ਹੋਰ ਕੀ ਹੋਣਾ ਹੈ? ਉਰੇ ਤੇ ਹੈ ਨਹੀਂ ਵੀ ਜਿਹੜਾ ਗੁਰਦੁਆਰੇ ਬਹਿ ਕੇ ਤੁਸੀਂ ਕਹੋ ਜੀ ਪਿਆਰ ਦੀਆਂ ਗੱਲਾਂ ਕਰਦੇ, ਕੋਈ ਨਹੀਂ ਕਰਦਾ। ਇੱਥੇ ਵੀ ਹਿਸਾਬ ਕਿਤਾਬ ਤੋਂ ਹੀ ਲੜੀ ਜਾਂਦੇ ਲੋਕ ਬਹਿ ਕੇ ਅੰਦਰ ਵੀ। ਤੋ ਸੱਚੇ ਪਾਤਸ਼ਾਹ ਦੀ ਏਡੀ ਪਿਆਰੀ ਕਥਾ ਹੈ। ਕਾਗ ਪਸੁੰਡ ਰਿਸ਼ੀ ਕਹਿੰਦਾ ਹੈ ਕਿ ਮੈਨੂੰ ਕਾਂ ਦੀ ਜੂਨੀ ਮਿਲ ਗਈ। ਮੈਂ ਲੋਮਸ ਰਿਸ਼ੀ ਅੱਗੇ ਹੱਥ ਜੋੜੇ ਕਿ ਮਹਾਤਮਾ ਕਾਂ ਤੇ ਮੈਨੂੰ ਬਣਨਾ ਪਏਗਾ, ਕਿਉਂਕਿ ਸਾਧੂ ਦਾ ਬਚਨ ਅਟਲੱਦ ਹੈ। ਮੈਂ ਬੇਨਤੀ ਕਰ ਰਿਹਾ ਸੀ, ਸਾਧੂ ਦੇ ਬਚਨ ਟਲਦੇ ਨਹੀਂ, ਪਰ ਇਸ ਗੱਲ ਨੇ ਸਾਡਾ ਸ਼ੋਸ਼ਣ ਬਹੁਤ ਕੀਤਾ ਹੈ। ਇੱਥੋਂ ਤੱਕ ਵੀ ਉਹ ਲੋਕ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਲੁੱਟ ਗਏ। ਅਸੀਂ ਡਰਦੇ ਹੀ ਰਹੇ ਵੀ ਉਹ ਸਰਾਫ ਦੇ ਦੇਣਗੇ। ਨਹੀਂ, ਜਿੱਥੇ ਸਾਧੂ ਦੀ ਇੱਜ਼ਤ ਕਰਨੀ, ਸਨਮਾਨ ਕਰਨਾ ਹੈ, ਜਿੱਥੇ ਮੰਨਣਾ ਹੈ ਕਿ ਸਾਧੂ ਦਾ ਬਚਨ ਕਦੇ ਟਲਦਾ ਨਹੀਂ, ਉੱਥੇ ਗੁਰਬਾਣੀ ਦੇ ਵਿੱਚ ਇੱਕ ਦਰਪਣ ਵੀ ਹੈ, ਸ਼ੀਸ਼ਾ ਵੀ ਹੈ। ਘੱਟੋ ਘੱਟ ਉਹਦੇ ਵਿੱਚ ਫਰੇਮ ਦੇ ਵਿੱਚ ਲਾ ਕੇ ਵੇਖੋ ਤਾਂ ਸਹੀ ਵੀ ਸਾਧੂ ਹੈ। ਸਾਧੂ ਦੀ ਪੂਰੀ ਅਸ਼ਟਪਦੀ ਹੈ ਸੁਖਮਨੀ ਸਾਹਿਬ ਵਿੱਚ, ਸੰਤ ਦੀ ਪੂਰੀ ਅਸ਼ਟਪਦੀ ਹੈ ਸੁਖਮਨੀ ਸਾਹਿਬ ਦੇ ਵਿੱਚ, ਬ੍ਰਹਮ ਗਿਆਨੀ ਦੀ ਪੂਰੀ ਅਸ਼ਟਪਦੀ ਹੈ ਸੁਖਮਨੀ ਸਾਹਿਬ ਦੇ ਵਿੱਚ। ਹੁਣ ਉਸ ਅਸ਼ਟਪਦੀ ਨੂੰ ਪੜ੍ਹੋ। ਜੇ ਸਾਧੂ ਤੁਸੀਂ ਮੰਨਦੇ ਹੋ ਕਿਸੇ ਨੂੰ ਤੇ ਸਾਧੂ ਦੀ ਪੜ੍ਹ ਲਓ, ਜੇ ਕਿਸੇ ਨੂੰ ਸੰਤ ਮੰਨਦੇ ਹੋ ਤਾਂ ਸੰਤ ਦੀ ਪੜ੍ਹ ਲਓ, ਜੇ ਤੁਸੀਂ ਕਿਸੇ ਨੂੰ ਬ੍ਰਹਮ ਗਿਆਨੀ ਮੰਨਦੇ ਹੋ ਤਾਂ ਬ੍ਰਹਮ ਗਿਆਨੀ ਦੀ ਪੜ੍ਹ ਲਓ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਮਤਲਬ ਇਹ ਉਹਦੀ ਅਵਸਥਾ ਹੈ ਕਿ ਬ੍ਰਹਮ ਗਿਆਨੀ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ। ਤੇ ਪਤਾ ਤੇ ਕਰੋ ਵੀ ਕਿਤੇ ਇਹ ਤਾਂ ਨਹੀਂ ਵੀ ਕਿਤੇ ਕਿਸੇ ਕੋਰਟ ਕਚਹਿਰੀ 'ਚ ਪਲਾਟਾਂ ਦੇ ਝਗੜੇ ਦੇ ਵਿੱਚ ਤਰੀਕਾਂ ਭੁਗਤਦਾ ਹੋਵੇ ਤੇ ਤੁਸੀਂ ਕਹੀ ਜੋ ਜੀ ਬ੍ਰਹਮ ਗਿਆਨੀ ਹੈ। ਅੱਜ ਕਈ ਮਹਾਤਮਾ ਸ਼ੇਅਰ ਮਾਰਕੀਟ 'ਚ ਫਸੇ ਨੇ, ਕਈ ਮਹਾਤਮਾ ਜਿਹੜੇ ਨੇ ਉਹ ਵਿਆਜ ਦੇ ਮਾਮਲੇ 'ਚ ਫਸੇ ਹੋਏ ਨੇ, ਅਸੀਂ ਫਿਰ ਵੀ ਕਹੀ ਜਾਂਦੇ ਜੀ ਬ੍ਰਹਮ ਗਿਆਨੀ ਹੈ। ਜੇ ਅਜੇ ਵੀ ਇਹ ਬ੍ਰਹਮ ਗਿਆਨੀ ਹੈ ਤੇ ਪੁੱਛੋ ਵੀ ਦੁਨੀਆਦਾਰ ਕਿਹਨੂੰ ਕਹਿੰਦੇ ਨੇ? ਜੇ ਉਹ ਵਿਅਕਤੀ ਸਾਡੇ ਤੋਂ ਵੀ ਜ਼ਿਆਦਾ ਉਲਝ ਗਿਆ ਪ੍ਰਾਪਰਟੀ 'ਚ ਤਾਂ ਅਸੀਂ ਫਿਰ ਵੀ ਕਹੀ ਜਾਈਏ ਜੀ ਮਹਾਤਮਾ ਹੈ। ਤੇ ਜੇ ਮਹਾਤਮਾ ਹੈ ਤੇ ਫਿਰ ਗ੍ਰਸਤੀ ਕੌਣ ਹੈ? ਮੈਂ ਤਾਂ ਕਈ ਐਸੇ ਮਹਾਤਮਾ ਵੇਖੇ ਨੇ ਵੀ ਉਹ ਦਿਨ ਰਾਤ ਹੀ ਤੁਰੇ ਫਿਰਦੇ ਨੇ, ਭੱਜੇ ਹੀ ਫਿਰਦੇ ਨੇ ਵੀ ਇੰਨਾ ਤੁਹਾਡੀ ਜਾਨ ਨੂੰ ਵਕਤਾ ਕਿਹੜੀ ਗੱਲੋਂ ਫਸ ਗਿਆ? ਤੁਸੀਂ ਸਾਰਿਆਂ ਨੂੰ ਤੁਸੀਂ ਮੁਕਤ ਕਰਨਾ ਹੈ। ਮਤਲਬ 5-5 6-6 ਏਅਰ ਟਿਕਟਾਂ ਜੇਬ 'ਚ ਪਾ ਕੇ ਬੈਠੇ ਹੋਏ ਨੇ, ਜਾਣਾ ਕਿੱਧਰ ਹੈ? ਇਹ ਸਾਰੀ ਦੁਨੀਆ ਤੁਹਾਡੀ ਜੇਬ 'ਚ ਨਹੀਂ ਪੈਣੀ। ਇਹ 650 ਕਰੋੜ ਦੁਨੀਆ ਹੈ। ਕਿੰਨਾ ਟਰੈਵਲ ਕਰ ਲੋਗੇ? ਕਿੰਨੇ ਲੋਕਾਂ ਨੂੰ ਤੁਸੀਂ 1 to 1 ਕਿੰਨੇ ਲੋਕਾਂ ਨੂੰ ਤੁਸੀਂ ਮਿਲ ਲੋਗੇ ਭਾਈ? ਕਿਹੜੇ ਵਕਤੇ ਨੂੰ ਜਾਨ ਫਸਾਈ ਹੋਈ ਤੁਸੀਂ ਆਪਣੀ? ਜ਼ਰੂਰਤ ਭੱਜਣ ਦੀ ਨਹੀਂ ਹੈ, ਜ਼ਰੂਰਤ ਟਿਕਣ ਦੀ ਹੈ। ਸਾਰਾ ਧਰਮ ਸਾਨੂੰ ਬਾਰ-ਬਾਰ ਸਿਖਾਉਂਦਾ ਕਿ ਭਾਈ ਸਹਿਜ ਵਿੱਚ ਆਓ, ਠਹਿਰਾਓ ਵਿੱਚ ਆਓ, ਤੁਸੀਂ ਟਿਕਣ ਦਾ ਯਤਨ ਕਰੋ। ਇੱਕੋ ਪੰਕਤੀ ਆਪਣੇ ਪੱਲੇ ਬੰਨ ਲਓ ਕਿ ਸਭ ਕਿਛ ਘਰ ਮੈਂ ਬਾਹਰ ਨਾਹੀਂ। ਹੁਣ ਸਾਡੀ ਸਾਰੀ ਦੁਨੀਆ ਬਾਹਰ ਪੈਸੇ ਕਮਾਉਣ ਜਾਂਦੀ ਹੈ ਨਾ। ਤੁਸੀਂ ਕੀ ਸੋਚਦੇ ਵੀ ਇੰਡੀਆ 'ਚ ਪੈਸੇ ਹੈ ਨਹੀਂ?
ਮੈਂ ਜਦੋਂ ਬਾਹਰ ਜਾਣਾ ਮੈਨੂੰ ਸਾਰੇ ਇੱਕੋ ਹੀ ਗੱਲ ਕਹਿੰਦੇ ਨੇ, ਕਹਿੰਦੇ ਗਿਆਨੀ ਜੀ ਇੰਡੀਆ 'ਚ ਪੈਸੇ ਬੜੇ ਲੋਕਾਂ ਕੋਲੇ। ਮੈਂ ਕਿਹਾ ਉਹ ਕਿਵੇਂ? ਕਹਿੰਦੇ 10-10 ਡਰਾਈਵਰ ਰੱਖੀ ਬੈਠਦੇ ਨੇ ਉਹ। 10 ਡਰਾਈਵਰ ਦਾ ਮਤਲਬ ਘੱਟੋ ਘੱਟ 12 ਗੱਡੀਆਂ ਤੇ ਹੋਣਗੀਆਂ ਨਾ ਘਰ 'ਚ। ਬਾਹਰਲੇ ਮੁਲਕ 'ਚ ਤੁਹਾਨੂੰ ਕਿਸੇ ਕੋਲ ਨਾ 10 ਡਰਾਈਵਰ ਹੋਣਗੇ ਨਾ 12 ਗੱਡੀਆਂ ਹੋਣਗੀਆਂ। ਇੱਥੇ ਲੋਕਾਂ ਨੇ ਘਰਾਂ 'ਚ ਪੂਲ ਬਣਾਏ ਹੋਏ ਆ ਛੱਤਾਂ ਤੇ। ਇੱਕ ਇੱਕ ਘਰ ਦੇ ਵਿੱਚ ਇੱਕ ਮੇਰਾ ਨਿੱਜੀ ਨੌਨ ਪਰਿਵਾਰ ਸੀਗਾ, ਹੁਣ ਤੋਂ ਸਰਦਾਰ ਦੀ ਡੈਥ ਹੋ ਗਈ। ਕਹਿੰਦਾ ਗਿਆਨੀ ਜੀ 280 ਨੌਕਰ ਨੇ ਮੇਰੇ ਘਰ 'ਚ। 28-30 ਲੱਖ ਰੁਪਈਆ ਉਹਦੇ ਘਰ ਦਾ ਬਿੱਲ ਸੀਗਾ। ਕੀ ਤੁਸੀਂ ਸੋਚਦੇ ਵੀ ਇੰਡੀਆ 'ਚ ਪੈਸੇ ਹੈ ਨਹੀਂ? ਆ ਜਿਹੜੇ ਲੱਖਾਂ ਕਰੋੜਾਂ ਲੈ ਕੇ ਭੱਜ ਰਹੇ ਨੇ ਉਹ ਕਿੱਥੋਂ ਭੱਜਦੇ? ਪਾਕਿਸਤਾਨ ਤੋਂ ਭੱਜਦੇ ਨੇ, ਇੰਡੀਆ ਤੋਂ ਭੱਜਦੇ ਨੇ। ਇੰਨਾ ਪੈਸਾ ਇੰਡੀਆ 'ਚ। ਜਿਹੜੇ ਲੱਖਾਂ ਕਰੋੜਾਂ ਲੈ ਕੇ ਭੱਜੇ ਨੇ ਕੀ ਸੋਚਦੇ? ਨੇਪਾਲ ਤੋਂ ਪੈਸੇ ਲੈ ਕੇ ਭੱਜੇ ਨੇ। ਉਹ ਭੱਜੇ ਭਾਵੇਂ ਨੇਪਾਲ ਥਾਣੀ ਹੋਣ, ਪਰ ਪੈਸੇ ਇੰਡੀਆ ਤੋਂ ਲੈ ਕੇ ਗਏ ਨੇ ਉਹ। ਮੈਂ ਨਹੀਂ ਕਦੇ ਅਮਰੀਕਾ 'ਚ ਸੁਣਿਆ ਵੀ ਉੱਥੇ ਲੋਕ ਕਹਿੰਦੇ ਹੋਣੇ ਵੀ ਉੱਥੋਂ ਦੇ ਪੈਸਾ ਸਵਿਟਜ਼ਰਲੈਂਡ ਵਿੱਚ ਹੈ, ਸਾਰਾ ਪੈਸਾ ਇੰਡੀਆ ਦਾ ਹੀ ਉੱਥੇ ਹੈ। ਠੀਕ ਹੈ, ਇੱਥੇ ਗਰੀਬੀ ਦੀ ਵੀ ਇੰਤਹਾ ਹੈ, ਪਰ ਇੱਥੇ ਅਮੀਰੀ ਦੀ ਵੀ ਇੰਤਹਾ ਹੈ। ਕਈ ਲੋਕਾਂ ਨੂੰ ਤਾਂ ਖੁਦ ਹੀ ਨਹੀਂ ਪਤਾ ਉਹਨਾਂ ਕੋਲ ਪੈਸੇ ਕਿੰਨੇ ਨੇ। ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਆਪਾਂ ਟਿਕ ਜਾਈਏ। ਹੁਣ ਕਾਗ ਪਸੁੰਡ ਰਿਸ਼ੀ ਕਹਿੰਦਾ ਹੈ ਲੋਮਸ ਰਿਸ਼ੀ ਨੂੰ ਕਿ ਮੈਨੂੰ ਪਤਾ ਹੈ ਤੁਹਾਡਾ ਬਚਨ ਅਟਲੱਦ ਹੈ, ਮੈਨੂੰ ਕਾਂ ਦੀ ਜੂਨੀ ਭੋਗਣੀ ਪਵੇਗੀ, ਪਰ ਇੱਕ ਕਿਰਪਾ ਮੇਰੇ ਤੇ ਕਰੋ ਕਿ ਮੈਂ ਤੁਹਾਡਾ ਚੇਲਾ। ਮੁਝ ਕੋ ਲਖੋ ਆਪਣੋ ਚੇਰਾ। ਚੇਰਾ ਕਹਿੰਦੇ ਨੇ ਚੇਲੇ ਨੂੰ। ਹਾਂਜੀ। ਕਿਰਪਾ ਦ੍ਰਿਸ਼ਟ ਪ੍ਰਭੂ ਪਰ ਕੀਜੈ, ਅਸ ਪ੍ਰਕਾਰ ਕੋ ਬਾਰ ਇਕ ਦੀਜੈ। ਇੱਕ ਕਿਰਪਾ ਦ੍ਰਿਸ਼ਟੀ ਮੇਰੇ ਤੇ ਕਰੋ। ਸਰਾਫ ਦਿੱਤਾ ਜੇ ਇੱਕ ਵਾਰ ਵੀ ਦੇ ਦਿਓ। ਜੇ ਮੈਨੂੰ ਸਰਾਫ ਦਿੱਤਾ ਜੇ ਤੇ ਇੱਕ ਵਾਰ ਵੀ ਮੈਨੂੰ ਦਿਓ। ਮੈਂ ਤੁਹਾਡਾ ਚੇਲਾ ਹਾਂ, ਤੁਹਾਡਾ ਸੇਵਕ ਹਾਂ, ਤੁਹਾਡਾ ਸ਼ਿਸ਼ ਹਾਂ। ਹਾਂਜੀ। ਰਹੇ ਗਿਆਨ ਮੇਰੇ ਉਰ ਮਾਹੀ, ਬਾਇਸ ਬਪ ਧਰ ਬਿਸਰਉ ਨਾਹੀ। ਕਿ ਜਦੋਂ ਮੈਨੂੰ ਕਾਂ ਦੀ ਜੂਨੀ ਭੋਗਣੀ ਪਵੇ ਤੇ ਮੇਰੇ ਅੰਦਰੋਂ ਗਿਆਨ ਨਾ ਖਤਮ ਹੋਵੇ। ਇਹ ਜਿਹੜਾ ਮੈਂ ਇੱਕ ਪੰਡਿਤ ਹੋਣ ਦੇ ਨਾਤੇ, ਵਿਦਵਾਨ ਹੋਣ ਦੇ ਨਾਤੇ ਜਿਹੜਾ ਗਿਆਨ ਹਾਸਲ ਕੀਤਾ ਹੈ, ਇਹ ਗਿਆਨ ਮੇਰੇ ਵਿੱਚ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਗਿਆਨ ਮਨੁੱਖਾ ਜੂਨੀ ਤੋਂ ਬਿਨਾਂ ਤ੍ਰਿਗਦ ਜੂਨਾਂ ਵਿੱਚ ਕਿਸੇ ਕੋਲ ਵੀ ਨਹੀਂ ਹੈ। ਜਿੰਨੀ ਸਿਆਣਪ ਰੱਬ ਨੇ ਬੰਦੇ ਨੂੰ ਦਿੱਤੀ ਹੈ, ਇੰਨੀ ਸਿਆਣਪ ਹੋਰ ਕਿਸੇ ਜੀਵ ਜੰਤੂ ਦੇ ਵਿੱਚ ਨਹੀਂ ਹੈ। ਹਾਂਜੀ। ਸੁਣ ਲਓ ਮਸਰਿਖ ਭਇਓ ਕਿਰਪਾਲਾ, ਮੁਖ ਤੇ ਬੋਲਿਓ ਬਚਨ ਰਸਾਲਾ। ਉਹ ਜਿਹੜਾ ਲੋਮਸ ਰਿਸ਼ੀ ਸੀ ਉਹ ਪ੍ਰਸੰਨ ਹੋਇਆ। ਉਹਨੇ ਫਿਰ ਆਪਣੇ ਮੁਖ ਤੋਂ ਇਹ ਬਚਨ ਆਖੇ ਨੇ। ਹਾਂਜੀ। ਹੋਵੈ ਸਦਾ ਰਿਦੇ ਤਬ ਗਿਆਨਾ, ਆਤਮ ਰੂਪ ਲਖੋ ਸੁਖ ਥਾਨਾ। ਉਹਨੇ ਕਿਹਾ ਵੀ ਤੈਨੂੰ ਗਿਆਨ ਰਵੇਗਾ, ਆਤਮ ਰੂਪ ਲਖੈ ਸੁਖ ਥਾਨਾ। ਤੈਨੂੰ ਆਤਮ ਰੂਪ ਦੀ ਵੀ ਸੋਝੀ ਪ੍ਰਾਪਤੀ ਹੋਵੇਗੀ, ਪਰ ਜੂਨੀ ਕਾਂ ਦੀ ਰਵੇਗੀ। ਸਰੀਰ ਕਾਂ ਵਾਲਾ ਰਵੇਗਾ, ਸੁਰਤੀ ਵੀ ਰਵੇਗੀ, ਗਿਆਨ ਵੀ ਰਵੇਗਾ, ਤੇ ਆਤਮ ਰੂਪ ਤੂੰ ਉਸ ਆਪਣੇ ਨਿਜ ਸਰੂਪ ਨੂੰ ਵੀ ਜਾਣ ਸਕੇਗਾ, ਕਿਉਂਕਿ ਜਿਹੜਾ ਸਾਡਾ ਨਿਜ ਸਰੂਪ ਹੈ ਉਹ ਪਰਮਾਤਮਾ ਵਾਲਾ ਹੈ। ਇਹ ਜਿਹੜਾ ਜਿਹਦੇ ਤੇ ਅਸੀਂ ਖੜੇ ਆ ਨਾ ਕਿ ਤੁਸੀਂ ਕੌਣ ਹੋ ਜੀ, ਅਸੀਂ ਲੋਕਾਂ ਦੀਆਂ ਜਾਤੀਆਂ ਪੁੱਛਦੇ ਆ, ਰੰਗ ਨਸਲ ਤੇ ਅਸੀਂ ਖਲੋਤੇ ਹੋਏ ਆ ਕਿ ਇਹ ਕਾਲਾ ਹੈ ਜੀ, ਇਹ ਗੋਰਾ ਹੈ ਜੀ, ਇਹ ਬਿਹਾਰੀ ਹੈ ਜੀ, ਇਹ ਹਰਿਆਣਵੀ ਹੈ ਜੀ, ਇਹ ਮਰਾਠਾ ਹੈ ਜੀ, ਇਹ ਪੰਜਾਬੀ ਹੈ ਜੀ। ਇਹ ਸਾਰੀਆਂ ਬਾਹਰ ਦੀਆਂ ਗੱਲਾਂ ਨੇ, ਪਰ ਜੇ ਨਿਜ ਸਰੂਪ ਦੀ ਗੱਲ ਕਰੀਏ ਤਾਂ ਨਿਜ ਸਰੂਪ ਜਿਹੜਾ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਫਿਰ ਅਸੀਂ ਪਰਮਾਤਮਾ ਦੀ ਅੰਸ਼ ਆ, ਕਿਉਂਕਿ ਜੋਤ ਜਿਹੜੀ ਉਹ ਪਰਮਾਤਮਾ ਤੋਂ ਆਈ ਹੈ। ਜਿਹੜੀ ਜੋਤ ਸਾਡੇ ਅੰਦਰ ਜਗਦੀ ਹੈ, ਜਿਹਦੇ ਨਾਲ ਸਾਡੀ ਜ਼ਿੰਦਗੀ ਹੈ, ਇਹ ਪਰਮਾਤਮਾ ਤੋਂ ਆਉਂਦੀ ਹੈ। ਜਿਹੜਾ ਬਾਕੀ ਸਰੀਰ ਤੁਹਾਡਾ ਬਣਿਆ, ਮਾਸ ਵੀ, ਹੱਡੀਆਂ ਵੀ, ਖੂਨ ਵੀ,
ਇਹ ਸਾਰਾ ਕੁਝ ਤੁਹਾਨੂੰ ਮਾਂ ਪਿਓ ਤੋਂ ਮਿਲਿਆ ਹੈ। ਪਰ ਇਹ ਬਹੁਤ ਵੱਡਾ ਇੱਕ ਸਵਾਲ ਹੈ ਗੁਰਬਾਣੀ ਵਿੱਚ ਕਿ ਮੋਹੇ ਅਚਰਜ ਭਇਓ, ਇਹ ਜੀ ਆਏ ਕਹਾਂ ਗਏ। ਹੁਣ ਕੱਲ ਪਰਸੋਂ ਇੱਥੇ ਕੋਈ ਸਵੇਰੇ ਕਥਾ ਕਰ ਰਿਹਾ ਸੀ, ਉਹ ਗੱਲ ਉਲਟੀ ਕਰ ਗਿਆ। ਹੁਣ ਆਪਣੀ ਆਪਣੀ ਸਮਝ ਹੁੰਦੀ ਹੈ। ਅਸਲ ਵਿੱਚ 2-3 ਮਹੀਨਿਆਂ ਤੋਂ ਬਾਅਦ, ਕੁਝ ਸਮਾਂ ਪਹਿਲਾਂ, ਮਾਂ ਦੇ ਪੇਟ ਵਿੱਚ ਬੱਚਾ ਨਿੰਮਿਆ ਜਾਂਦਾ ਹੈ। ਪਹਿਲਾਂ ਉਹਦਾ ਸਰੀਰ ਬਣਦਾ ਹੈ। ਸਰੀਰ ਬਣਨ ਤੋਂ ਬਾਅਦ ਇੱਕ ਸਮਾਂ ਆਉਂਦਾ ਹੈ ਜਦੋਂ ਉਹਦੇ ਵਿੱਚ ਰੂਹ ਪ੍ਰਵੇਸ਼ ਕਰਦੀ ਹੈ। ਪਹਿਲੇ ਦਿਨ ਤੋਂ ਨਹੀਂ ਕਰਦੀ, ਕੁਝ ਮਹੀਨਿਆਂ ਤੋਂ ਬਾਅਦ ਕਰਦੀ ਹੈ। ਸਰੀਰ ਪਹਿਲਾਂ ਬਣਿਆ, ਰੂਹ ਆਤਮਾ ਬਾਅਦ ਵਿੱਚ ਆਈ ਹੈ। ਇਸੇ ਤਰ੍ਹਾਂ ਜਦੋਂ ਮਰਦਾ ਹੈ ਬੰਦਾ, ਸਰੀਰ ਪਰਿਵਾਰ ਦੇ ਹੱਥਾਂ ਵਿੱਚ ਰਹਿ ਜਾਂਦਾ ਹੈ, ਆਤਮਾ ਭੌਰ ਜਿਹੜਾ ਉਹ ਉਡਾਰੀ ਮਾਰ ਜਾਂਦਾ ਹੈ। ਉਸ ਮਹਾਤਮਾ ਨੇ ਕਿਹਾ ਵੀ ਤੈਨੂੰ ਆਤਮ ਰੂਪ ਦੀ ਸੋਝੀ ਵੀ ਰਵੇਗੀ। ਹਾਂਜੀ, ਤੁਝ ਪਰ ਹੈ ਕਰਨਾ ਅਬ ਮੋਰੀ, ਇੱਕ ਬਾਰ ਦੇਵੋਂ ਔਰ ਬਹੋਰੀ। ਲੋਮਸ ਰਿਸ਼ੀ ਕਹਿਣ ਲੱਗਾ ਵੀ ਮੈਂ ਹੁਣ ਤੇਰੇ ਤੇ ਇੱਕ ਖੁਸ਼ੀ ਹੋਰ ਕਰਦਾ ਕਿ ਜਿਹੜੀ ਤੇਰੀ ਮੌਤ ਹੈ ਇਹ ਤੇਰੇ ਹੱਥ ਵਿੱਚ ਹੋਏਗੀ। ਜਦੋਂ ਤੂੰ ਚਾਹਵੇਂਗਾ ਉਦੋਂ ਤੇਰੀ ਮੌਤ ਆਏਗੀ। ਹਾਂਜੀ, ਮ੍ਰਿਤ ਹੋਏ ਜਬ ਕਰ ਚਿਤ ਚਾਹੀ, ਬਿਨ ਚਾਹੇ ਮ੍ਰਿਤ ਹੋਵੇ ਕਬ ਨਾਹੀ। ਬਿਨਾਂ ਤੇਰੀ ਇੱਛਾ ਤੋਂ ਮੌਤ ਨਹੀਂ ਹੋਏਗੀ। ਮੌਤ ਉਦੋਂ ਹੋਏਗੀ ਜਦੋਂ ਤੇਰੀ ਇੱਛਾ ਹੋਏਗੀ। ਇੱਕ ਵਾਰ ਦੇਵੋਂ ਔਰ ਬਹੋਰੀ, ਇਹ ਵਰ ਮੈਂ ਤੈਨੂੰ ਹੋਰ ਦੇਣਾ। ਹਾਂਜੀ, ਸੁਣ ਤਹਿ ਕੇ ਅਸ ਬੈਨ, ਹਰਖਤ ਆਹਵਾ ਥਾਨ ਇਹ। ਮੈਂ ਲੋਮਸ ਰਿਸ਼ੀ ਤੋਂ ਉਹ ਬਚਨ ਸੁਣ ਕੇ ਇੱਥੇ ਸਮੇਰ ਪਰਬਤ ਤੋਂ ਅੱਗੇ ਆ ਕੇ ਇੱਥੇ ਬੈਠ ਗਿਆ, ਇੱਥੇ ਰਹਿਣ ਲੱਗ ਗਿਆ। ਹਾਂਜੀ, ਭੀ ਵਿਸਾਲ ਮਨ ਚੈਨ, ਨਹਿ ਤਿਆਗੋਂ ਅਬ ਦੇਹ ਕੋ। ਇੱਥੇ ਮੈਨੂੰ ਬੜਾ ਸੁੱਖ ਹੈ, ਬੜਾ ਚੈਨ ਹੈ। ਹੁਣ ਮੈਨੂੰ ਇੱਛਾ ਕੋਈ ਨਹੀਂ ਹੈ, ਕੋਈ ਇੱਛਾ ਨਹੀਂ ਹੈ, ਕੋਈ ਤ੍ਰਿਸ਼ਨਾ ਨਹੀਂ ਹੈ। ਵੇਖੋ, ਇਹ ਬੇਨਤੀ ਮੈਂ ਆਪ ਜੀ ਨਾਲ ਬੜੀ ਵਾਰੀ ਸਾਂਝੀ ਕੀਤੀ ਹੈ। ਸਾਰੀਆਂ ਚੀਜ਼ਾਂ ਦਾ ਜਿਹੜਾ ਮੁੱਢ ਹੈ ਉਹ ਸਾਡੀ ਇੱਛਾ ਹੈ। ਤੁਸੀਂ ਵੇਖਿਆ ਹੋਣਾ ਘਰ 'ਚ ਬਜ਼ੁਰਗ ਬੜੇ ਸੌਖੇ ਬੈਠੇ ਹੁੰਦੇ ਨੇ, ਸਵੇਰੇ ਮੰਜੀ ਬਾਹਰ ਕੱਢ ਲਈ, ਸ਼ਾਮ ਨੂੰ ਮੰਜੀ ਅੰਦਰ ਕਰ ਲਈ। ਹੁਣ ਇੱਛਾ ਹੀ ਨਹੀਂ ਹੈ। ਜੇ ਘਰ ਦੇ ਕਹਿਣ ਵੀ ਬਾਪੂ ਅਸੀਂ ਵਿਆਹ ਤੇ ਚੱਲੇ ਆ, ਕਹਿੰਦਾ ਕੋਈ ਨਹੀਂ ਪੁੱਤਰ ਜਾਓ ਤੁਸੀਂ, ਮੈਂ ਬੈਠਾ। ਇੱਛਾ ਹੀ ਨਹੀਂ ਹੈ। ਤਾਂ ਜੇ ਹੁਣ ਉਹ ਇੱਛਾ ਕਵੇ ਵੀ ਮੈਂ ਵੀ ਜਾਣਾ ਹੈ ਤੇ ਫਿਰ ਵੀਲ ਚੇਅਰ ਵੀ ਚਾਹੀਦੀ ਹੈ। ਹੁਣ ਜਦੋਂ ਵੀਲ ਚੇਅਰ ਦੀ ਗੱਲ ਆਏਗੀ ਤਾਂ ਘਰ ਦੇ ਵੀ ਇੱਕ ਦੂਜੇ ਵੱਲ ਵੇਖਣਗੇ ਵੀ ਬੁੱਢੇ ਨੂੰ ਕਿਹੜਾ ਲੈ ਕੇ ਫਿਰੇਗਾ। ਆਪਾਂ ਪੈਂਟ ਕੋਟ ਪਾ ਕੇ ਬੁੱਢਾ ਥੋੜਾ ਲੈ ਕੇ ਵਿਖਾਉਣਾ, ਉੱਥੇ ਵਿਖਾਉਣਾ ਤੇ ਆਪਣਾ ਪੈਂਟ ਕੋਟ ਹੈ। ਹੁਣ ਉੱਥੋਂ ਕਿੰਨੇ ਬਖੇੜੇ ਪੈਦਾ ਹੁੰਦੇ ਨੇ। ਇਹ ਸਾਡੀ ਜੀਵਨ ਦੀ ਜਿਹੜੀ ਤਰਾਸਦੀ ਹੈ ਉਹ ਇੱਛਾ ਤ੍ਰਿਸ਼ਨਾ ਤੋਂ ਸ਼ੁਰੂ ਹੁੰਦੀ ਹੈ। ਜਦੋਂ ਤੁਸੀਂ ਆਪਣੀਆਂ ਇੱਛਾਵਾਂ ਘਟਾ ਲੋਗੇ, ਤ੍ਰਿਸ਼ਨਾਵਾਂ ਘਟਾ ਲੋਗੇ, ਬੜੇ ਸੁਖੀ ਹੋ ਜਾਓਗੇ। ਬੜੇ ਲੋਕ ਐਸੇ ਨੇ। ਇੱਥੇ ਜਮਨਾ ਪਾਰ ਇੱਕ ਸੱਜਣ ਹੈ, ਹਿੰਦੂ ਵੀਰ ਹੈ। ਮੈਂ ਪੁੱਛਿਆ ਵੀ ਕੀ ਕਰਦਾ ਹੈ, ਕਹਿੰਦਾ ਗਿਆਨੀ ਜੀ ਕੁਝ ਨਹੀਂ ਕਰਦਾ। ਦੁਕਾਨ ਕਰਦਾ ਸੀ, ਹੁਣ ਛੱਡ ਦਿੱਤੀ ਹੈ। 2-3 ਪ੍ਰਾਪਰਟੀਆਂ ਨੇ, ਉਹਨਾਂ ਦਾ ਰੈਂਟ ਆਉਂਦਾ ਹੈ। ਬਾਕੀ ਕੋਈ ਸ਼ੌਕ ਰੱਖਿਆ ਹੀ ਨਹੀਂ। ਨਾ ਕੱਪੜੇ ਪਾਉਣ ਦਾ ਕੋਈ ਸ਼ੌਕ ਹੈ, ਨਾ ਕਿਤੇ ਘੁੰਮਣ ਫਿਰਨ ਦਾ ਕੋਈ ਸ਼ੌਕ ਹੈ, ਨਾ ਕੋਈ ਪਾਰਟੀਆਂ ਅਟੈਂਡ ਕਰਨ ਦਾ ਕੋਈ ਸ਼ੌਕ ਹੈ। ਰੋਟੀ ਪਾਣੀ ਲਈ ਕਹਿੰਦਾ ਰੱਬ ਨੇ ਖੁੱਲਾ ਪੈਸਾ ਦਿੱਤਾ ਹੋਇਆ। ਗੱਲ ਤੇ ਠੀਕ ਹੈ, ਦਾਲ ਫੁਲਕੇ ਦਾ ਤਾਂ ਕੋਈ ਖਰਚਾ ਨਹੀਂ ਹੈ। ਤੇ ਸਾਰਾ ਦਿਨ ਕਹਿੰਦਾ ਸਾਰਾ ਦਿਨ ਜਿਹਦੀ ਕੋਈ ਲੋੜ ਹੋਵੇ ਉਹਦੀ ਮਦਦ ਕਰ ਦਈਦੀ ਹੈ, ਨਹੀਂ ਤੇ ਆਪਣਾ ਰੱਬ ਰੱਬ ਕਰ ਛੱਡੀਦਾ। ਹੁਣ ਜਿੱਦਾਂ ਉਹ ਸੁਖੀ ਹੋਇਆ, ਮੇਰੇ ਖਿਲਾਫ ਅਰਬ ਖਰਬਪਤੀ ਕਦੇ ਵੀ ਨਹੀਂ ਹੋ ਸਕਦਾ। ਹੁਣ ਤੇ ਆਪਣੇ ਮਨ ਨੂੰ ਸਮਝਾਉਣ ਦਾ ਤਰੀਕਾ ਹੈ ਨਾ ਵੀ ਮੈਨੂੰ ਕਿੰਨੀ ਕੁ ਮੇਰੀ ਉਮਰ ਬਾਕੀ ਹੈ ਤੇ ਕਿੰਨੀਆਂ ਕੁ ਮੇਰੀਆਂ ਲੋੜਾਂ ਬਾਕੀ ਨੇ। ਇਹ ਜ਼ਰੂਰ ਚੇਤਾ ਰੱਖਣਾ, ਧਨ ਲੋਕਾਂ, ਧਨ ਭਸਮੇ ਢੇਰੀ।
ਉਹ ਸਮਾਂ ਦੂਰ ਨਹੀਂ ਹੈ। ਪੈਸਾ ਤੁਹਾਡਾ ਲੋਕਾਂ ਨੇ ਸੰਭਾਲ ਲੈਣਾ ਹੈ, ਸਰੀਰ ਤੁਹਾਡਾ ਮਿੱਟੀ ਵਿੱਚ ਮਿਲ ਜਾਣਾ ਹੈ। ਭਾਵੇਂ ਮੁਸਲਮਾਨ ਹੋਏ ਤੇ ਉਹ ਦਫਨਾ ਦੇਣਗੇ, ਸਿੱਖ ਹਿੰਦੂ ਹੋਏ ਤੇ ਉਹ ਸਾੜ ਦੇਣਗੇ, ਰੱਖਣਾ ਕਿਸੇ ਨਹੀਂ ਹੈ। ਪੈਸੇ ਅਗਲੇ ਨੇ ਸਾਂਭ ਲੈਣੇ ਨੇ, ਤੁਹਾਨੂੰ ਫੂਕ ਦੇਣਾ ਉਹਨਾਂ ਨੇ, ਰੱਖਣਾ ਹੀ ਨਹੀਂ। ਮਤਲਬ 70-80 ਸਾਲ ਤੋਂ ਬਾਅਦ ਵੀ ਅਗਰ ਇਸ਼ਾਵਾਂ ਲੈ ਕੇ ਅਸੀਂ ਜੂਨੇ ਆ ਤੇ ਫਿਰ ਉਹਦਾ ਕੌਣ ਜ਼ਿੰਮੇਵਾਰ ਹੈ? ਹੁਣ ਉਸ ਵਿਅਕਤੀ ਨੂੰ ਵੀ ਕਹੀਏ ਵੀ ਰੱਬ ਇਹਨੂੰ ਸੁੱਖ ਸ਼ਾਂਤੀ ਦੇਵੇਗਾ, ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਇੱਥੇ ਜਾ ਕੇ ਤੁਹਾਡੀਆਂ ਆਪਣੀਆਂ ਕਾਂਖਾਂ ਮੁੱਕ ਜਾਣੀਆਂ ਚਾਹੀਦੀਆਂ ਨੇ, ਕੰਮ ਨਹੀਂ ਮੁੱਕਣਾ ਚਾਹੀਦਾ, ਇਸ਼ਾਵਾਂ ਮੁੱਕ ਜਾਣੀਆਂ ਚਾਹੀਦੀਆਂ ਨੇ। ਫਿਰ ਉਹ ਕਰੋ ਜੋ ਧਰਮ ਕਹਿੰਦਾ ਹੈ, ਉਹ ਕਰੋ ਜੋ ਗੁਰੂ ਕਹਿੰਦਾ ਹੈ, ਉਹ ਕਰੋ ਜੋ ਰੱਬ ਕਹਿੰਦਾ ਹੈ। ਰੱਬ ਕਹਿੰਦਾ ਭਾਈ ਫਿਰ ਦੂਜਿਆਂ ਦੀ ਮਦਦ ਕਰ, ਤੇਰੇ ਕੋਲ ਵਕਤ ਹੈ, ਜੇ ਤੇਰੇ ਕੋਲ ਗਿਆਨ ਹੈ ਤੇ ਦੂਜਿਆਂ ਨੂੰ ਦੇ ਭਾਈ। ਹਾਂਜੀ। ਪ੍ਰੇਮ ਭਗਤ ਰਸ ਆਏ, ਕਾਕ ਜਨਮ ਕੋ ਪਾਏ ਕੈ। ਪ੍ਰੇਮ ਭਗਤ ਰਸ ਆਏ, ਉਹ ਕਾਗ ਪਸੁੰਡ ਰਿਸ਼ੀ ਕਹਿੰਦਾ ਵੀ ਮੈਨੂੰ ਕਾਂ ਦੀ ਜੂਨੀ ਵਿੱਚ ਇੰਨਾ ਸੁੱਖ ਹੈ, ਨਾ ਮੈਂ ਮਰਨਾ ਚਾਹੁੰਦਾ ਤੇ ਨਾ ਹੀ ਇੱਥੋਂ ਮੈਂ ਜਾਣਾ ਚਾਹੁੰਦਾ, ਕਿਉਂਕਿ ਮੈਨੂੰ ਇੱਥੇ ਆਤਮਿਕ ਰਸ ਆ ਗਿਆ, ਅੱਜ ਜਿਹਨੂੰ ਆਤਮਿਕ ਆਨੰਦ ਕਹਿੰਦੇ ਆ। ਪ੍ਰੇਮ ਭਗਤ ਰਸ ਆਏ, ਕਾਕ ਜਨਮ ਕੋ ਪਾਏ ਕੈ। ਮੈਨੂੰ ਉਹ ਸੁੱਖ ਜਿਹੜਾ ਮਨੁੱਖਾ ਜੂਨੀ ਚ ਨਹੀਂ ਮਿਲਿਆ, ਮੈਨੂੰ ਕਾਂ ਦੀ ਜੂਨੀ ਵਿੱਚ ਮਿਲ ਗਿਆ। ਹਾਂਜੀ। ਨਹਿ ਤਜਿਓ ਅਬ ਜਾਏ, ਰਹੋ ਸਦਾ ਆਨੰਦ ਮਨ। ਇਸ ਕਰਕੇ ਮੈਂ ਹੁਣ ਛੱਡ ਸਕਦਾ ਹੀ ਨਹੀਂ, ਮੈਂ ਛੱਡਣਾ ਚਾਹੁੰਦਾ ਹੀ ਨਹੀਂ। ਮੈਂ ਇਸ ਪਹਾੜ ਤੋਂ ਥੱਲੇ ਨਹੀਂ ਜਾਣਾ ਚਾਹੁੰਦਾ ਤੇ ਇਸ ਕਾਂ ਦੀ ਜੂਨੀ ਵਿੱਚੋਂ ਮੈਂ ਹੋਰ ਕਿਸੇ ਜੂਨੀ ਨੂੰ ਬਦਲਣਾ ਵੀ ਨਹੀਂ ਚਾਹੁੰਦਾ, ਨਾ ਹੁਣ ਮਰਨ ਦੀ ਇੱਛਾ ਹੈ। ਕਿਉਂਕਿ ਪ੍ਰਭੂ ਦੀ ਪ੍ਰੇਮਾ ਭਗਤੀ ਦਾ ਰਸ ਜਿਹੜਾ ਹੈ, ਪ੍ਰੇਮ ਭਗਤ ਰਸ ਆਏ, ਕਾਕ ਜਨਮ ਕੋ ਪਾਏ ਕੈ। ਇਸ ਕਾਂ ਦੀ ਜੂਨੀ ਵਿੱਚ ਵੀ ਮੈਨੂੰ ਇਹ ਰਸ ਮਿਲ ਗਿਆ। ਹਾਂਜੀ। ਅਸ ਪ੍ਰਕਾਰ ਸਭ ਕਥਾ ਸੁਣਾਈ, ਚੱਲਣੇ ਤਿਆਰ ਭਏ ਜਗ ਰਾਈ। ਇਸ ਤਰ੍ਹਾਂ ਦੀ ਕਥਾ ਕਾਗ ਪਸੁੰਡ ਰਿਸ਼ੀ ਨੇ ਭਾਈ ਮਰਦਾਨੇ ਨੂੰ, ਬਾਲੇ ਨੂੰ, ਸਤਿਗੁਰਾਂ ਨੂੰ ਸੁਣਾਈ, ਆਪਣੀ ਜੀਵਨ ਕਥਾ ਉਸਨੇ। ਇੱਥੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਹੋਰ ਅੱਗੇ ਚੱਲੇ ਨੇ। ਹਾਂਜੀ। ਕਰੀ ਪਰਸ ਪਰ ਦੋਹੇ ਦਿਸ਼ ਬੰਦਨ, ਅਗਰਜ ਗਮਣੇ ਦੁਖ ਨਿਕੰਦਨ। ਆਪਸ ਵਿੱਚ ਪਰਸਪਰ ਸਨਮਾਨ ਕੀਤਾ। ਇੱਥੋਂ ਗੁਰੂ ਨਾਨਕ ਪਿਤਾ ਮਹਾਰਾਜ ਦੁਖੀਆਂ ਦੇ ਦੁੱਖ ਕੱਟਣ ਵਾਲੇ ਸਤਿਗੁਰੂ ਹੋਰ ਅੱਗੇ ਚੱਲੇ ਨੇ। ਹਾਂਜੀ। ਜੇਠਾ ਦੱਤਾ ਤ੍ਰਿਐ ਸੁਜਾਨਾ, ਹਾਥ ਅਮਲਕ ਆਤਮ ਗਿਆਨਾ। ਹੁਣ ਸਤਿਗੁਰੂ ਉੱਥੇ ਗਏ ਜਿੱਥੇ ਦੱਤਾਤਰੇ ਉਹ ਰਹਿੰਦਾ ਸੀ। ਦੱਤਾਤਰੇ ਜਿਹੜਾ ਸੀ ਉਹ ਆਪਣੇ ਹੱਥ ਵਿੱਚ ਆਂਵਲਾ ਰੱਖਦਾ ਸੀ। ਆਂਵਲੇ ਦਾ ਤੇਲ ਸੁਣਿਆ ਹੋਏਗਾ ਤੁਸੀਂ, ਆਂਵਲੇ ਦਾ ਮੁਰੱਬਾ ਸੁਣਿਆ ਹੋਏਗਾ, ਆਂਵਲੇ ਦਾ ਅਚਾਰ ਸੁਣਿਆ ਹੋਏਗਾ, ਉਹੀ ਆਂਵਲਾ ਹੈ। ਇਹ ਆਂਵਲਾ ਆਪਣੇ ਹੱਥ ਵਿੱਚ ਰੱਖਦਾ ਸੀ। ਹਾਥ ਆਮਲਕ ਆਤਮ ਗਿਆਨਾ। ਤੇ ਇਸ ਦੱਤਾਤਰੇ ਦੇ ਕੋਲ ਆਤਮਿਕ ਗਿਆਨ ਵੀ ਸੀ, ਇਹਨੂੰ ਅੰਤਰਾਤਮਾ ਦੀ ਸੋਝੀ ਸੀ। ਹਾਂਜੀ। ਜਿਨ ਕੀਨੋ ਸਭ ਜਗ ਸਣਿਆਸਾ, ਭਾ ਬਿਰਕਤ ਬਹੁ ਫੇਰਿਓ ਉਦਾਸਾ। ਇਹ ਉਹ ਮਹਾਤਮਾ ਹੈ ਜਿਨੇ ਜਗਤ ਤੋਂ ਸੰਨਿਆਸ ਲਿਆ, ਬਰਕਤ ਹੋ ਗਿਆ, ਉਦਾਸੀ ਹੋ ਗਿਆ। ਬਰਕਤ ਹੋਣਾ ਗਲਤ ਨਹੀਂ ਹੈ, ਉਦਾਸੀ ਹੋਣਾ ਵੀ ਗਲਤ ਨਹੀਂ ਹੈ, ਸੰਨਿਆਸੀ ਹੋਣਾ ਵੀ ਗਲਤ ਨਹੀਂ ਹੈ। ਕੀ ਤੁਹਾਨੂੰ ਹੋਣਾ ਆਉਂਦਾ ਹੈ? ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਤੁਹਾਨੂੰ ਬੜੇ ਲੋਕ ਮਿਲਣਗੇ, ਅਸੀਂ ਉਦਾਸੀ ਹਾਂ ਜੀ, ਅਸੀਂ ਸੰਨਿਆਸੀ ਹਾਂ ਜੀ। ਸੰਨਿਆਸੀ ਅਤੇ ਆਸ਼ਰਮ ਕਾਹਦੇ ਲਈ ਬਣਾਇਆ? ਜੇ ਉਦਾਸੀ ਹੋ ਤੇ ਗੁਫਾ ਕਾਹਦੇ ਲਈ ਬਣਾਈਆਂ ਨੇ? ਪਿੱਛੇ ਜੇ ਨਾ GTV ਵਾਲਿਆਂ ਨੇ ਬੜੀ ਮਿਹਨਤ ਕੀਤੀ, ਉਹਨਾਂ ਨੇ ਹਰਿਦੁਆਰ ਗਏ, ਉੱਥੇ ਜਿਹੜੇ ਵੱਡੇ ਵੱਡੇ ਆਸ਼ਰਮ ਨੇ
ਉਹਨਾਂ ਨੇ ਉੱਥੋਂ ਦੀਆਂ ਡਾਕੂਮੈਂਟਰੀਆਂ ਤਿਆਰ ਕੀਤੀਆਂ। ਜ਼ਮੀਨ ਦੇ ਵਿੱਚ ਉਹ ਕਹਿੰਦਾ ਵੀ 7 ਸਟਾਰ ਹੋਟਲਾਂ ਦੀ ਫੈਸਿਲਿਟੀ ਹੈ। ਤੇ ਕਈ ਜਾਣਾ ਜੀ ਮਹਾਤਮਾ ਗੁਫਾ 'ਚ ਰਹਿੰਦੇ, ਇਹੋ ਜੀ ਗੁਫਾ ਤੇ ਗ੍ਰਸਤੀਆਂ ਨੂੰ ਦਿਓ। ਜਿਵੇਂ ਉਹ ਸਰਸੇ ਵਾਲਾ ਸਾਧ ਸੀ ਨਾ, ਜਦੋਂ CBI ਨੇ ਉਹਦੀਆਂ ਪੜਤਾਲਾਂ ਕੀਤੀਆਂ ਤਾਂ ਕਮਾਲ ਹੀ ਕੀਤੀ ਉਹਨੇ। ਤਾਂ ਦੁਨੀਆਦਾਰ ਉੱਤੇ ਰਹਿੰਦੇ ਸੀ, ਉਹਨਾਂ ਨੂੰ ਧੁੱਪ ਠੰਡ ਲੱਗਦੀ ਸੀ, ਤੇ ਉਹ ਥੱਲੇ ਉਹਨੇ ਗੁਫਾ ਬਣਾਈਆਂ ਸੀ ਜਿੱਥੇ ਸਾਰੇ ਉਹ ਪਾਪ ਕਰਦਾ ਸੀ। ਜੇ ਤੁਸੀਂ ਸੰਨਿਆਸੀ ਹੋ, ਤੁਸੀਂ ਉਦਾਸੀ ਹੋ, ਤੁਸੀਂ ਬਰਕਤ ਹੋ, ਤੇ ਫਿਰ ਤੁਹਾਡਾ ਕਿਸੇ ਚੀਜ਼ ਨਾਲ ਕੀ ਸੰਬੰਧ ਹੈ? ਕੀ ਕਰਨਾ ਹੈ ਤੁਸੀਂ? ਫਿਰ ਡੇਰਾ ਕਿਉਂ ਬਣਾਉਣਾ ਹੈ? ਚਲੋ ਬਣਾ ਲਿਆ, ਫਿਰ ਉਹਨੂੰ ਰਜਿਸਟਰਡ ਕਰਾਉਣ ਦੀ ਕੀ ਲੋੜ ਹੈ? ਰਜਿਸਟਰਡ ਤੇ ਤਾਂ ਹੀ ਕਰਾਈਦਾ ਨਾ ਵੀ ਦੂਜਾ ਕਬਜ਼ਾ ਨਾ ਕਰ ਲੈ। ਉਹ ਤੇ ਕੋਰਟ ਕਚਹਿਰੀ ਦੀ ਜਿਹੜੀ ਚਾਰਾ ਜੋਰੀ ਹੈ ਉਹਦੇ ਵਾਸਤੇ ਲੋੜ ਹੈ ਤੁਹਾਨੂੰ, ਕਿ ਤੁਹਾਡੇ ਕੋਲ ਲੀਗਲ ਰਾਈਟ ਹੋਣੇ ਚਾਹੀਦੇ ਨੇ। ਨਹੀਂ ਤਾਂ ਠੀਕ ਹੈ, ਤੁਸੀਂ ਬਹਿ ਜਾਓ ਛੰਨ ਪਾ ਕੇ, ਕੋਈ ਹੋਰ ਆ ਕੇ ਕਵੇ ਉਹ ਮਹਾਤਮਾ ਚੱਲ, ਤੇ ਤੁਸੀਂ ਉਹਨੂੰ ਕਹੋ ਚੰਗਾ ਭਾਵਰਾ ਤੂੰ ਭਰਾਵਾ ਤੂੰ ਬਹਿ ਜਾ, ਤੂੰ ਇਸ ਰੁੱਖ ਥੱਲੇ ਬਹਿ, ਮੈਂ ਉਸ ਰੁੱਖ ਥੱਲੇ ਬਹਿ ਜਾਣਾ ਜਾ ਕੇ। ਉਹ ਸੰਨਿਆਸੀ ਹੈ, ਉਹ ਬਰਕਤ ਹੈ। ਉਹ ਵਿਅਕਤੀ ਜਿਹੜਾ ਹੈ ਉਹ ਉਦਾਸੀ ਹੈ। ਕਹਿਣ ਨਾਲ ਉਦਾਸੀ ਨਹੀਂ ਹੁੰਦਾ। ਦੱਤਾਤਰੇय ਜਿਹੜਾ ਹੈ ਇਹ ਸੱਚਮੁੱਚ ਸੰਨਿਆਸੀ ਸੀ, ਇਹਨੇ ਸੰਨਿਆਸ ਲੈ ਲਿਆ ਸੀ। ਇਹ ਸੱਚਮੁੱਚ ਬਰਕਤ ਸੀ, ਕਿਸੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ। ਫਿਰ ਇਹ ਉਦਾਸੀ ਸੀ। ਅੱਜ ਦੱਸੋ ਕਿਹੜਾ ਮਹਾਤਮਾ ਜਿਹੜਾ ਆਪਣਿਆਂ ਨੂੰ ਫਾਇਦਾ ਨਹੀਂ ਪਹੁੰਚਾਉਂਦਾ? ਕੋਈ ਸੁਣਿਆ ਐਸਾ ਮਹਾਤਮਾ ਜਿਹੜਾ ਆਪਣਿਆਂ ਦੇ ਕੰਮ ਨਾ ਕਰਦਾ ਹੋਵੇ? ਵੀ ਜੇ ਤੇਰੇ ਅਜੇ ਵੀ ਲੋਕ ਆਪਣੇ ਹੈਗੇ ਨੇ ਤੇ ਬਰਕਤ ਕਿੱਦਾਂ ਹੋਇਆ ਤੂੰ? ਫਿਰ ਸੰਨਿਆਸੀ ਕਿਵੇਂ ਹੋਇਆ? ਜੇ ਤੂੰ 11 ਬੇਲੀਆਂ ਦੇ ਬੱਚਿਆਂ ਦੇ ਕੰਮ ਕਰਨੇ ਨੇ ਤੇ ਫਿਰ ਆਪਣੇ ਬੱਚਿਆਂ ਦੇ ਕਰ ਲੈਨੋ। 2 ਕਾਕੇ ਆਪਣੇ ਜੰਮ ਕੇ ਉਹਨਾਂ ਨੂੰ ਘਰ ਬਣਾ ਕੇ ਦੇ ਦੇਣੋ। ਜੇ ਫਿਰ ਭਤੀਜੇ ਭਣੇਵੇਂ ਪਾਲਣੇ ਨੇ ਤੇ ਫਿਰ ਤੂੰ ਆਪਣੇ ਬੱਚੇ 2 ਪਾਲ ਲੈਨੋ। ਤੈਨੂੰ ਕਿਹਨੇ ਮਨਾ ਕੀਤਾ ਕਿ ਰੱਬ ਨੇ ਕਿਹਾ ਵੀ ਸ਼ਾਦੀ ਨਹੀਂ ਕਰਨੀ ਚਾਹੀਦੀ? ਰੱਬ ਨੇ ਕਿੱਥੇ ਕਿਹਾ ਵੀ ਘਰ ਨਹੀਂ ਬਣਾਉਣਾ ਚਾਹੀਦਾ? ਤੁਸੀਂ ਆਪਣਾ ਘਰ ਬਣਾਓ, ਤੁਸੀਂ ਆਪਣੀ ਸ਼ਾਦੀ ਕਰੋ, ਤੁਸੀਂ ਆਪਣੇ ਬੱਚਿਆਂ ਨੂੰ ਜਨਮ ਦਿਓ, ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰੋ। ਕਿਹੜੇ ਧਰਮ ਨੇ ਕਿਹਾ ਵੀ ਇਹ ਪਾਪ ਹੈ? ਜਿਹੜੇ ਧਰਮਾਂ ਦੇ ਵਿੱਚ ਇਹ ਗੱਲ ਨਹੀਂ ਪ੍ਰਵਾਨ, ਸਤਿਗੁਰੂ ਨੇ ਉਹਨਾਂ ਧਰਮਾਂ ਦੇ ਲੋਕਾਂ ਨੂੰ ਮਿਲ ਕੇ ਕਿਹਾ ਹੈ ਕਿ ਤੁਸੀਂ ਗਲਤ ਹੋ ਭਾਈ। ਆਪਾਂ ਇਹਨਾਂ ਦਿਨਾਂ 'ਚ ਕਿੰਨੀ ਕਥਾ ਸੁਣੀ ਹੈ। ਆਪਾਂ ਜਤੀ ਦੀ ਕਥਾ ਸੁਣੀ ਹੈ ਨਾ, ਜਦੋਂ ਸਤਿਗੁਰੂ ਗੁਰੂ ਗੋਰਖ ਨੂੰ ਮਿਲੇ ਨੇ ਤੇ ਭਾਈ ਮਰਦਾਨੇ ਨੇ ਪੁੱਛਿਆ ਵੀ ਬਾਬਾ 6 ਹੀ ਜਤੀ ਕਿਉਂ ਨੇ? ਸਤਿਗੁਰੂ ਕਹਿਣ ਲੱਗੇ ਮਰਦਾਨਿਆ ਹਰ ਵਿਅਕਤੀ ਜਤੀ ਨਹੀਂ ਹੈ। ਕਿਉਂਕਿ ਜੇ ਆਪਾਂ ਕਹੀਏ ਜਤ ਭੰਗ ਹੁੰਦਾ ਹੈ ਤਾਂ ਕਹਿੰਦੇ ਕੱਲਾ ਭੰਗ ਪਰਾਈ ਇਸਤਰੀ ਨਾਲ ਨਹੀਂ ਹੁੰਦਾ। ਜਤ ਭੰਗ ਤੇ ਅੱਖਾਂ ਤੋਂ ਵੀ ਹੋਈ ਜਾਂਦਾ, ਵੀ ਕਿਸੇ ਨੂੰ ਇਸਤਰੀ ਨੂੰ ਵੇਖਿਆ ਤੇ ਤੁਹਾਡੇ ਮਨ 'ਚ ਵਿਕਾਰ ਆ ਗਏ। ਕੋਈ ਗੰਦੀਆਂ ਗੱਲਾਂ ਕੰਨ ਨਾਲ ਸੁਣੀਆਂ, ਤੁਹਾਡੇ ਮਨ 'ਚ ਵਿਕਾਰ ਆ ਗਏ। ਜਦ ਤੇ ਤੁਹਾਡਾ ਕੰਨਾਂ ਨੇ ਵੀ ਭੰਗ ਕਰ ਦਿੱਤਾ, ਅੱਖਾਂ ਨੇ ਵੀ ਕਰ ਦਿੱਤਾ, ਤੁਸੀਂ ਆਪ ਗੰਦੀਆਂ ਗੱਲਾਂ ਕਰ ਲਈਆਂ ਜੀਭਾਂ ਨਾਲ, ਤਾਂ ਵੀ ਭੰਗ ਹੋ ਗਿਆ। ਸਤਿਗੁਰੂ ਕਹਿਣ ਲੱਗੇ ਜਤੀ ਦਾ ਘਰ ਇੰਨਾ ਨੇੜੇ ਨਹੀਂ ਹੈ, ਜਤੀ ਦਾ ਘਰ ਬੜੀ ਦੂਰ ਹੈ। ਇੱਥੇ ਦੱਤਾਤਰੇय ਦੀ ਕਥਾ ਨੂੰ ਸੁਣੋਗੇ ਤੁਸੀਂ ਸਾਰਾ, ਤੇ ਗੁਰੂ ਸਾਹਿਬ ਨੇ ਖੁਦ ਆਖਿਆ ਕਿ ਨਹੀਂ, ਇਹ ਵਿਅਕਤੀ ਵਾਕਿਆ ਸੰਨਿਆਸੀ ਹੈ, ਵਾਕਿਆ ਹੀ ਬਰਕਤ ਹੈ, ਵਾਕਿਆ ਹੀ ਉਦਾਸੀ ਹੈ। ਹਾਂਜੀ। ਬਿਨਸਤ ਚਤਰ ਗੁਰੂ ਜਿਨ ਕੀਨੇ, ਏਕ ਓੰਕਾਰ ਰੰਗ ਮਹਿ ਪੀਨੇ। ਇਹਨੇ 24 ਗੁਰੂ ਧਾਰਨ ਕੀਤੇ ਸੀ ਦੱਤਾਤਰੇय ਨੇ। 24 ਗੁਰੂ, ਕਦੇ ਸੰਨਿਆਸੀ ਗੁਰੂ ਧਾਰਿਆ, ਕਦੇ ਉਦਾਸੀ ਗੁਰੂ ਧਾਰਿਆ, ਕਦੇ ਬਰਕਤ ਗੁਰੂ ਧਾਰਿਆ। ਔਰ ਹਰ ਗੁਰੂ ਨੂੰ ਧਾਰਦਿਆਂ ਉਸ ਮਤ ਦੇ ਵਿੱਚ ਇਹਨੇ ਪ੍ਰਾਪਤੀ ਕੀਤੀ। ਪੂਰਾ ਬਰਕਤ ਬਣਿਆ, ਪੂਰਾ ਉਦਾਸੀ ਬਣਿਆ, ਪੂਰਾ ਸੰਨਿਆਸੀ ਬਣਿਆ। ਹਾਂਜੀ। ਤ੍ਰਿਨ ਸਮਤੀ ਨ ਲੋਕ ਸੁਖ ਤਿਆਗਾ, ਸਦਾ ਬ੍ਰਹਮ ਸੁਖ ਸੋ ਅਨੁਰਾਗਾ। ਤਿੰਨਾਂ ਲੋਕਾਂ ਦੇ ਸੁੱਖ ਐਵੇਂ ਛੱਡ ਦਿੱਤੇ ਜਿਵੇਂ ਅਸੀਂ ਆਪਣੇ ਹੱਥ ਵਿੱਚੋਂ ਘਾਹ ਦਾ ਤੀਲਾ ਛੱਡ ਦਿੰਦੇ ਆ। ਪੂਰੀ ਜ਼ਿੰਦਗੀ ਯਾਦ ਰੱਖਿਓ ਤੁਸੀਂ, ਕਦੇ ਤੁਹਾਡੇ ਹੱਥ ਵਿੱਚ ਘਾਹ ਦਾ ਤੀਲਾ ਆਵੇ ਤੁਹਾਨੂੰ ਛੱਡਣ ਲੱਗਿਆ ਕਦੇ ਨਹੀਂ ਲੱਗੇਗਾ।
कि मेरा लॉस हो गया। कैसी उदाहरण दी है। दत्तात्रेय ने तिन्ना लोगों के सुख इवें छड़ दिते जिवें कोई लकड़ी का घाह का तीला छड़ दिंदा है और उसनूं कोई पछतावा भी नहीं है, कोई लेस भी नहीं है। हाँ जी। परम तत बेता रस लीना महामुनि गुण गुण है प्रवीणा। ये परम तत्त का बेता सी, परम तत्त तो इन्हें रस प्राप्त किया। महामुनि गुण गुणे प्रवीणा, वड्डा ये मुनि सी, मोनी भी सी, सन्यासी भी सी, गुणी भी सी, प्रवीण सी। अपने समय दे विच ये सब तो सियाणा सी। हाँ जी। तेह कह निकट जात भे ठांडे सो पौड़ियो गुर आनंद बाडे। उत्थे जदों गुरु नानक साहब गए तो ये उठ के नहीं सी बैठा होया, ये लेटिया होया सी, सुता पिया। ये पहाड़ दे उत्ते जिवें आपां मंजे ते लेट जाने आ, उवें पहाड़ ते ये लेटिया होया सी दत्तात्रेय। हाँ जी। लोचन मुंदरत तूषण ठानी अंतर रस को रसक ज्ञानी। अखां बंद ने, मुंह बंद है, चुप है, अंदर रस है। पर साडी सारियां दी हालत की है, असीं अखां बंद कर लैने आ, बंद करके सौ जाने आ। फिर की हुंदा है, फिर रात दे सुपने शुरू हो जाते हैं। मतलब जागदियां उन्नी तृष्णा नहीं जिन्नी साडी सुपनियां दी तृष्णा है। जदों असीं चुप करते हैं कि कदे साडा मन चुप कीता है, जे किते 10 मिनट मुंह बंद करके बहना पै भी जावे तो फिर साडे मन दीयां गल्लां शुरू हो जांदियां ने। दत्तात्रेय इन्हां चीज़ां तो उपर सीगा, अखां बंद ने, मुंह बंद है। लोचन मुंदरत तूषण ठानी अंतर रस को रसक ज्ञानी। अंदर कहते रस नाल भरिया होया है। हुण सानू बाहरों वेख के रस मिलता है, कन्नां नाल सुण के रस मिलता है, मूँह तो बोल के रस मिलता है। इहदा हिरदा रस नाल भरिया होया सी। अखां बंद ने, मूँह भी बंद है। हाँ जी। तिह बिलोक बोले ओ मरदाना हे प्रभ पौड़ा कौन महाना। भाई मरदाना कहन लगा बाबा ये की बला है, असीं आए हैं तो भी सुता पिया है, ये कौन है, ये क्यों सुता पिया है। भाई मरदाना जी नूं नहीं सी पता। हाँ जी। वड उन्मत देह जेह पारी परियो अडोल मष्ट मुख तारी। सतगुरु कहन लगे वड्डा मस्त है। अजकल पता मस्त किनू कहते हैं, जिहड़े सुल्फा पींदे ने, जिहड़े भंग पींदे ने, जिहड़े हुक्के शुक्के पी के नशे विच धुत होण, उन्हां नूं कही जांदे जी मस्त ने जी। वो मस्त नहीं, इन्हां नूं नशई कहो। ये नशैड़ी ने, नशैड़ियां नूं मस्त नहीं कहीदा। मस्त वो ने जिहड़े रब दी इबादत विच मस्त ने, जिहड़े परमात्मा की भगती विच मस्त ने। कई बार तुसीं वेखिआ ना, तुहाडे बच्चे खेडण च मस्त हुंदे ने। जदों खेडण च मस्त हुंदे तो उन्होंने ये भी नहीं पता हुंदा भी मम्मी बाजार चली है, उन्होंने ये भी नहीं पता हुंदा भी पापा गड्डी लैके चले है। किते ना खेडदे होण ते माँ प्यो नूं कहो बाहर निकल के विखा देण। उन्हें कपड़े पाए नहीं तो बच्चे ने रौला पाया नहीं भी मैं तो नाल जाना है। मस्त का अर्थ होंदा जिहड़ा दुनिया तो उपराम है, बेखबर है। पर नशे करके कोई बेखबर होवे ते नशैड़ी है भाई। ये जिहड़ा दत्तात्रेय सी प्रेमा भगती करके उन्मत सी, मस्त। वड उन्मत दे जिह भारी परियो अडोल मस्ट मुख धारी। आख्या मरदानिया ये मस्त है, ये अडोल है। इन्हें अपने जीवन दे विच चुप धारण की हुई है। हाँ जी। इस बुलाए कहे बोल सुनीजय बहुरो अपनो ज्ञान पणीजय। ते भाई मरदाना कहन लगा बाबा फिर इनू बुलाओ। उन्होंने भाई मरदाने नूं इस भी पहला वाला ही काम होएगा
ਵੀ ਇਹਨੂੰ ਸਤਿਗੁਰੂ ਬੁਲਾਉਣਗੇ, ਫਿਰ ਇਹ ਬੋਲੇਗਾ, ਫਿਰ ਸਤਿਗੁਰੂ ਉਹਨੂੰ ਗਿਆਨ ਦੇਣਗੇ। ਤੇ ਭਾਈ ਮਰਦਾਨਾ ਕਹਿੰਦਾ ਠਾਓ ਜੀ ਦਿਓ ਇਹਨੂੰ ਗਿਆਨ, ਮੈਂ ਸੁਣਾ। ਕਿਉਂਕਿ ਭਾਈ ਮਰਦਾਨੇ ਦੀ ਅਵਸਥਾ ਕੁਛ ਹੋਰ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਇਹ ਕਥਾ ਲਾਈਵ ਆਉਂਦੀ ਹੈ YouTube ਤੇ Facebook ਤੇ, ਤੁਸੀਂ ਨਾ ਵੀ ਆ ਸਕੋ ਤੇ ਘਰ ਬੈਠ ਕੇ ਵੀ ਸੁਣ ਸਕਦੇ ਹੋ। ਯਤਨ ਕਰੋ ਇਸ ਕਥਾ ਨੂੰ ਸੁਣੋ, ਤਾਂ ਕਿ ਸਾਨੂੰ ਸਮਝ ਆ ਸਕੇ ਵੀ ਧਰਮ ਕਹਿੰਦੇ ਕਿਹਨੂੰ ਨੇ। ਇਹ ਧਰਮ ਨਹੀਂ ਹੈ ਵੀ ਥੋੜੇ ਜਿਹੇ ਘਰੋਂ ਚੌਲ ਬਣਾ ਲਿਆਂਦੇ, ਥੋੜੇ ਜਿਹੇ ਨਾਲ ਰਾਜਮਾ ਬਣਾ ਲਿਆਂਦੇ ਤੇ ਉਹ ਵੰਡ ਦਿੱਤੇ ਤੇ ਧਰਮ ਹੋ ਗਿਆ। ਇਹ ਠੀਕ ਹੈ, ਜਿੰਨੀ ਕੁ ਰੱਬ ਨੇ ਸਾਨੂੰ ਸਮਝ ਦਿੱਤੀ ਅਸੀਂ ਲੱਗੇ ਹੋਏ ਆ, ਪਰ ਰੱਬ ਦਾ ਘਰ ਬੜੀ ਦੂਰ ਹੈ। ਜੇ ਵਾਕਈ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਜੀਵਨ ਨੂੰ ਸੁਖੀ ਕਰ ਲਈਏ, ਸਫਲ ਕਰ ਲਈਏ, ਫਿਰ ਇਹ ਸਾਨੂੰ ਇਹ ਜਿਹੜੀਆਂ ਆਤਮ ਕਥਾ ਨੇ ਸੁਣਨੀਆਂ ਚਾਹੀਦੀਆਂ ਨੇ। ਏਡੇ ਏਡੇ ਵੱਡੇ ਮਹਾਂਪੁਰਖ ਹੋਏ, ਦੱਤਾਤਰੇ ਵਰਗੇ, ਕਾਗ ਪਸੁੰਡ ਰਿਸ਼ੀ ਵਰਗੇ, ਉਹਨਾਂ ਨੇ ਆਪਣੇ ਜੀਵਨ ਦੀਆਂ ਕਥਾ ਦੱਸੀਆਂ ਵੀ ਸਾਡੇ ਤੋਂ ਵੀ ਗਲਤੀਆਂ ਹੋਈਆਂ ਨੇ। ਗਲਤੀ ਹਰ ਇਨਸਾਨ ਤੋਂ ਹੁੰਦੀ ਹੈ। ਇਹ ਦਾਵਾ ਕਦੇ ਨਾ ਕਰੋ ਵੀ ਨਹੀਂ ਮੇਰੇ ਤੋਂ ਤੇ ਗਲਤੀ ਹੋ ਹੀ ਨਹੀਂ ਸਕਦੀ ਜੀ। ਕਈ ਤੇ ਇੱਥੇ ਆ ਕੇ ਰੱਬ ਨੂੰ ਪੁੱਛੀ ਜਾਂਦੇ ਜੀ, ਮੇਰੇ ਨਾਲ ਆਹ ਹੋ ਗਿਆ ਜੀ, ਮੇਰੇ ਸਾਈਕਲ ਦਾ ਪੈਡਲ ਟੁੱਟ ਗਿਆ ਜੀ, ਮੇਰਾ ਕੀ ਕਸੂਰ ਹੈ ਜੀ? ਵੀ ਤੂੰ ਲੱਤ ਮਾਰ ਕੇ ਕਿਸੇ ਦਾ ਗੋਡਾ ਤੋੜਿਆ ਹੋਣਾ, ਰੱਬ ਨੇ ਤੇਰਾ ਪੈਡਲ ਹੀ ਤੋੜਿਆ ਜੇ, ਸ਼ੁਕਰ ਕਰ ਤੇਰਾ ਲੱਕ ਨਹੀਂ ਤੋੜਿਆ। ਐਵੇਂ ਥੋੜਾ ਕਹਿੰਦੇ ਵੀ ਕਰ ਭਲਾ ਸੋ ਹੋ ਭਲਾ, ਅੰਤ ਭਲੇ ਕਾ ਭਲਾ। ਵੀ ਤੂੰ ਆ ਕੇ ਰੱਬ ਨਾਲ ਝਗੜਾ ਕਰਦਾ, ਇੰਨੀ ਕਿੰਨੀ ਕਿ ਤੂੰ ਨੇਕੀ ਦਾ ਦਾਵਾ ਕਰ ਲਿਆ ਭਾਈ। ਪਤਾ ਨਹੀਂ ਸਾਡੇ ਤੋਂ ਕਿੰਨੀਆਂ ਭੁੱਲਾਂ ਹੁੰਦੀਆਂ ਨੇ, ਕਿੰਨੇ ਗੁਨਾਹ ਹੁੰਦੇ ਨੇ, ਚੇਤ ਅਚੇਤ। ਸਗੋਂ ਗੁਰੂ ਤੇ ਬਖਸ਼ਣਹਾਰ ਹੈ, ਰੋਜ਼ ਆ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।